हाँ जी विद्यार्थियों, गल करते ਆਪਾਂ अपनी जमात ਦੇ ਵਿੱਚ रूसी रूपवाद ਦੀ। रूसी रूपवाद दे रखा है। रूसी रूपवाद है जी, ये भी एक मतलब एक आलोचना जी, ये भी एक चलती है जी। रूस दे विच इहदा जन्म होंदा, इस करके इहनूं रूसी रूपवाद कहा जाता है ना। तुसीं 12वीं वाली बुक दे विच कविता पढ़ी होनी है ना, 186 नंबर पेज दे विच दे रखे साहित्य दे रूप कविता। ਜਦੋਂ ਉਹਦੇ ਵਿੱਚ ਤੁਸੀਂ ਕਵਿਤਾ ਦੇ ਤੱਤ ਪੜ੍ਹਦੇ ਆ ਨਾ, ਤੇ ਕਵਿਤਾ ਦੇ ਤੱਤਾਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਵੀ ਹਾਂ, ਆਧੁਨਿਕ ਯੁੱਗ ਵਿੱਚ ਕਵਿਤਾ ਦਾ ਅਧਿਐਨ ਕਰਨ ਲਈ ਕਈ ਤਰ੍ਹਾਂ ਦੇ ਨਵੇਂ ਮਾਪਦੰਡ ਸਾਹਮਣੇ ਆ ਗਏ ਹਨ। ਇਹਨਾਂ ਮਾਪਦੰਡਾਂ ਅਨੁਸਾਰ ਕਵਿਤਾ ਦਾ ਅਧਿਐਨ ਕਰਨ ਲਈ ਰੂਪ ਤੇ ਵਸਤੂ ਨੂੰ ਵੱਖ-ਵੱਖ ਕਰਨਾ ਉਚਿਤ ਨਹੀਂ ਹੈ। ਅੱਜ ਕੱਲ੍ਹ ਆਧੁਨਿਕ ਜਿਹੜੇ ਕਵਿਤਾ ਦੇ ਜਿਹੜੇ ਮਾਪਦੰਡ ਹੈ, ਉਹਨਾਂ ਦੇ ਵਿੱਚ ਸਾਹਿਤ ਤੇ ਰੂਪ ਦੋ ਸ਼ਬਦਾਂ ਨੂੰ ਅੱਡ-ਅੱਡ ਨਹੀਂ ਕੀਤਾ ਜਾਂਦਾ। ਇਹਦੀ ਜਗ੍ਹਾ ਤੇ ਵਰਤਮਾਨ ਦੇ ਵਿੱਚ ਕਵਿਤਾ ਹੈ ਜਿਹੜੀ, ਉਹ ਸਾਹਿਤ ਤੇ ਰੂਪ ਦੋਨਾਂ ਚੀਜ਼ਾਂ ਦਾ ਸੁਮੇਲ ਹੈ, ਦੋਨਾਂ ਤੱਤਾਂ ਦਾ ਸੁਮੇਲ ਹੈ। ਕਵਿਤਾ ਹੈ ਜਿਹੜੀ, ਦੁਬਾਰੇ ਬੋਲਦਾ, ਸਾਹਿਤ ਤੇ ਰੂਪ ਨਹੀਂ, ਵਸਤੂ ਤੇ ਰੂਪ। ਕਵਿਤਾ ਵਸਤੂ ਤੇ ਰੂਪ ਦੋਹਾਂ ਦਾ ਸੁਮੇਲ ਹੈ। ਇਸ ਕਰਕੇ ਵਰਤਮਾਨ ਦੇ ਵਿੱਚ ਵਸਤੂ ਤੇ ਰੂਪ ਦੋਹਾਂ ਸ਼ਬਦਾਂ ਦੀ ਥਾਂ ਤੇ ਇੱਕ ਹੀ ਸ਼ਬਦ ਵਰਤਿਆ ਜਾਂਦਾ ਹੈ, ਸੰਰਚਨਾ, ਸਟਰਕਚਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਦੋਨਾਂ ਨੂੰ ਮਿਲਾ ਕੇ ਤੁਸੀਂ ਕਹੋਗੇ ਸਰ ਇਹਦਾ ਇਹਦੇ ਨਾਲ ਕੀ ਸੰਬੰਧ ਹੈ? ਆ ਜਾਓ ਫਿਰ ਗੱਲ ਕਰਦੇ ਹਾਂ। ਸਾਹਿਤ ਆਲੋਚਨਾ ਨੂੰ ਪਹਿਲਾਂ ਰਚਨਾਕਾਰ ਕੀ ਕਰਦੇ ਸੀਗੇ ਕਿ ਉਸ ਨੂੰ ਰਚਨਾ ਬਾਹਰੀ ਸਿਧਾਂਤਾਂ ਨਾਲੋਂ ਜੋੜ ਕੇ ਰਚਨਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਰੂਸੀ ਰੂਪਵਾਦ ਨੇ। ਕਿਤੇ ਮੈਂ ਦੁਬਾਰੇ ਬੋਲਦਾ, ਮੈਨੂੰ ਪਤਾ ਹੀ ਲੱਗਿਆ ਮੈਂ ਕੀ ਬੋਲ ਗਿਆ, ਇੱਕ ਮਿੰਟ ਰੁਕੋ। ਰੂਸੀ ਰੂਪਵਾਦ ਲਹਿਰ ਤੋਂ ਪਹਿਲਾਂ ਜਿਹੜੇ ਮੈਂ ਦੋ ਸ਼ਬਦ ਤੁਹਾਡੇ ਸਾਹਮਣੇ ਵਰਤੇ ਆ, ਇੱਕ ਮੈਂ ਵਰਤਿਆ ਰੂਪ, ਇੱਕ ਮੈਂ ਵਰਤਿਆ ਵਸਤੂ। ਲਓ ਮੈਂ ਗੱਲ ਕਰਦਾ ਤੁਹਾਡੇ ਨਾਲ ਵੀ ਇਹ ਹੈ ਕੀ ਚੀਜ਼ ਹੈ। ਇੱਕ ਰੂਪ ਹੈ, ਇੱਕ ਵਸਤੂ ਹੈ। ਇੱਕ ਮਿੰਟ ਰੁਕੋ। ਹਾਂ, ਇੱਕ ਤਾਂ ਹੈ ਰੂਪ, ਇੱਕ ਹੈ ਵਸਤੂ। ਪਹਿਲਾਂ ਆਹ ਹੀ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਔਰ ਰੂਪ ਤਾਂ ਸਮਝ ਲਓ ਵੀ ਆਪਣੇ ਰੂਪ, ਉਹਦੀ ਬਾਹਰੀ ਰੂਪ ਰੇਖਾ ਕਵਿਤਾ ਦੀ ਸਮਝ ਲਓ, ਬਾਹਰੀ ਰੂਪ ਰੇਖਾ, ਰੂਪ ਬਾਹਰੀ ਰੂਪ ਰੇਖਾ, ਤੇ ਨਾਲ ਇਹਨੂੰ ਸਮਝ ਲਓ ਵੀ ਭਾਂਡਾ ਇਹ ਬਰਤਨ ਹੈ, ਭਾਂਡਾ ਜਾਂ ਬਰਤਨ ਆਪਾਂ ਜਿਹਨੂੰ ਕਹਿ ਦਿੰਦੇ। ਵਸਤੂ ਉਹ ਵਿੱਚ ਪਾਇਆ ਹੋਇਆ ਪਦਾਰਥ ਹੈ, ਭਾਂਡੇ ਦੇ ਵਿੱਚ ਪਦਾਰਥ। ਇਹ ਹੈਗੀ ਆ ਅੰਦਰੂਨੀ ਰੂਪ ਰੇਖਾ ਕਵਿਤਾ ਦੀ, ਅੰਦਰੂਨੀ ਰੂਪ ਰੇਖਾ। ਹੁਣ ਤੁਸੀਂ ਕਹੋਗੇ ਸਰ ਇੱਕ ਇੱਕ ਉਦਾਹਰਨ ਦਿਓ। ਜਿਵੇਂ ਜਦੋਂ ਆਪਾਂ ਕਵਿਤਾ ਦੀ ਕੋਈ ਛੰਦ ਅਲੰਕਾਰ ਦੀ ਗੱਲ ਕਰਦੇ ਹਾਂ ਵੀ ਛੰਦ ਕਿਹੜਾ ਵਰਤਿਆ ਗਿਆ, ਅਲੰਕਾਰ ਕਿਹੜਾ ਵਰਤਿਆ ਗਿਆ, ਇਹ ਤਾਂ ਹੈਗੀ ਆ ਬਾਹਰੀ ਰੂਪ ਰੇਖਾ ਦੀ ਗੱਲ ਕਰ ਰਹੇ ਹਾਂ ਆਪਾਂ, ਰੂਪ ਦੀ। ਵਸਤੂ ਦੀ ਮਤਲਬ ਕੀ ਆ ਵੀ ਕਵਿਤਾ ਦੇ ਵਿੱਚ ਵਿਸ਼ਾ ਵਸਤੂ ਕੀ ਹੈ, ਕਵਿਤਾ ਕਿਹੜੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ, ਕਵਿਤਾ ਦੇ ਵਿੱਚ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਇਹ ਸਾਰੀਆਂ ਗੱਲਾਂ ਇਹਦੇ ਵਸਤੂ ਦੇ ਵਿੱਚ ਆਉਂਦੀਆਂ ਹਨ। ਰੂਪ ਤੇ ਵਸਤੂ ਪਹਿਲਾਂ ਇਹ ਦੋ ਸ਼ਬਦਾਂ ਦਾ ਅੱਡ-ਅੱਡ ਇਸਤੇਮਾਲ ਕੀਤਾ ਜਾਂਦਾ ਸੀ। ਜਿਹੜੇ ਬਹੁਤ ਸਾਰੇ ਪਹਿਲਾਂ ਭਾਸ਼ਾ ਵਿਗਿਆਨੀ, ਜਿਹੜੇ ਸਾਡੇ ਪਹਿਲਾਂ ਆਲੋਚਕ ਹੋਏ ਆ ਜਾਂ ਪਹਿਲਾਂ ਸਾਡੇ ਲੇਖਕ ਹੋਏ ਆ, ਪਹਿਲਾਂ ਸਾਡੇ ਰਚਨਾਕਾਰ ਹੋਏ ਆ, ਉਹ ਸਿਰਫ ਇਸੇ ਸ਼ਬਦ ਦੇ ਘੁੰਮਦੇ ਰਹੇ। ਪਹਿਲਾਂ ਤੁਹਾਨੂੰ ਪਤਾ ਹੀ ਹੈ, ਛੰਦਾਂ ਤੋਂ ਬਿਨਾਂ ਕੋਈ ਕਵਿਤਾ ਨਹੀਂ ਸੀ ਲਿਖੀ ਜਾਂਦੀ। ਆਧੁਨਿਕ ਯੁੱਗ ਦੇ ਵਿੱਚ ਛੰਦ ਰਹਿਤ ਕਵਿਤਾ ਲਿਖੀ ਜਾਣੀ ਸ਼ੁਰੂ ਹੋ ਗਈ ਹੈ, ਠੀਕ ਹੈ ਨਾ। ਇਹਦਾ ਪਹਿਲਾਂ ਮੱਧ ਕਾਲ ਦੇ ਵਿੱਚ ਕੀ ਆ ਵੀ ਜਿਹੜਾ ਛੰਦਾਂ ਦੇ ਵਿੱਚ ਨਹੀਂ ਲਿਖ ਸਕਦਾ ਸੀਗਾ ਤਾਂ ਉਹਨੂੰ ਇੱਕ ਲੇਖਕ ਨਹੀਂ ਸਮਝਿਆ ਜਾਂਦਾ ਸੀਗਾ, ਉਹਨੂੰ ਕਵੀ ਨਹੀਂ ਸਮਝਿਆ ਜਾਂਦਾ ਸੀਗਾ। ਇਹਦੇ ਪਿੱਛੇ ਸਿਰਫ ਰੂਪ ਤੇ ਧਿਆਨ ਦਿੱਤਾ ਜਾਂਦਾ ਸੀ, ਵਸਤੂ ਤੇ ਨਹੀਂ ਧਿਆਨ ਦਿੱਤਾ ਜਾਂਦਾ ਸੀ। ਇੰਨਾ ਧਿਆਨ ਦਿੱਤਾ ਜਾਂਦਾ ਸੀਗਾ, ਪਰ ਵਸਤੂ ਦਾ ਸਥਾਨ ਦੂਜਾ ਸੀਗਾ, ਪਹਿਲੇ ਸਥਾਨ ਤੇ ਰੂਪ ਸੀ। ਵਰਤਮਾਨ ਦੇ ਵਿੱਚ ਕੀ ਕੀਤਾ ਸਾਡੇ ਆਲੋਚਕਾਂ ਨੇ, ਇਹਨੂੰ ਅਲੱਗ-ਅਲੱਗ ਚੀਜ਼ ਮੰਨਣ ਦੀ ਬਜਾਏ ਇਹਦੀ ਥਾਂ ਤੇ ਇੱਕ ਹੀ ਸ਼ਬਦ ਦੀ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ, ਸੰਰਚਨਾ। ਇਸ ਕਰਕੇ ਜਦੋਂ ਤੁਸੀਂ ਪੜ੍ਹਦੇ ਹੋ ਕਵਿਤਾ ਦੇ ਤੱਤ, ਤਾਂ ਉਹਦੇ ਵਿੱਚ ਕਵਿਤਾ ਦੇ ਬਾਹਰੀ ਤੇ ਅੰਦਰੂਨੀ ਦੋਨਾਂ ਤੱਤਾਂ ਦਾ ਸੁਮੇਲ ਹੁੰਦੇ ਆ। ਦੋਨੇ ਤੱਤ ਬਾਹਰੀ ਤੇ ਅੰਦਰੂਨੀ ਦੋਨੇ ਹੀ ਦਿੱਤੇ ਹੁੰਦੇ ਆ, ਬਾਹਰੀ ਤੇ ਅੰਦਰੂਨੀ ਦੋਨੇ ਹੀ ਦਿੱਤੇ ਹੁੰਦੇ ਆ। ਉਹਦੀ ਬਾਹਰੀ ਰੂਪ ਰੇਖਾ ਤੇ ਅੰਦਰਲਾ ਵਿਸ਼ਾ ਵਸਤੂ, ਸਾਰੇ ਤੱਤ ਹੁੰਦੇ ਆ। ਹੁਣ ਕਵਿਤਾ ਵਾਲਾ ਜਿਹੜਾ ਹੈਗਾ ਨਾ ਸਾਹਿਤ ਦੇ ਰੂਪ, ਉਹ ਤੁਸੀਂ ਪੜ੍ਹਿਓ ਧਿਆਨ ਨਾਲ, ਉਹਦੇ ਵਿੱਚੋਂ ਪ੍ਰਸ਼ਨ ਆਊਗਾ, ਠੀਕ ਹੈ ਬਈ। ਲਓ ਗੱਲ ਕਰਦੇ ਆਪਾਂ
ਤਾਂ ਹੁਣ ਕੀ ਹੋਇਆ, ਸਾਹਿਤਕ ਆਲੋਚਨਾ ਦੇ ਵਿੱਚ ਰੂਸੀ ਰੂਪਵਾਦ ਜਿਹੜੀ ਲਹਿਰ ਚੱਲੀ, ਉਸ ਨੇ ਕੀ ਕੀਤਾ ਕਿ ਸਾਹਿਤ ਆਲੋਚਨਾ ਨੂੰ ਰਚਨਾਕਾਰ ਜਾਂ ਰਚਨਾ ਬਾਹਰੀ ਸਿਧਾਂਤਾਂ ਨਾਲੋਂ ਤੋੜ ਦਿੱਤਾ ਤੇ ਉਹਨੂੰ ਕਿਹਾ ਵੀ ਰਚਨਾ ਦੇ ਨਾਲ ਜੁੜੋ। ਅਸਲ ਦੇ ਵਿੱਚ ਰਚਨਾ ਕੀ ਕਹਿ ਰਹੀ ਹੈ ਇਹ ਦੇਖੋ ਤੁਸੀਂ, ਰਚਨਾਕਾਰ ਕੀ ਕਹਿ ਰਿਹਾ ਹੈ, ਰਚਨਾ ਦਾ ਬਾਹਰੀ ਰੂਪ ਰੇਖਾ ਕਿਵੇਂ ਦੀ ਹੈ, ਮੂੰਹ ਮੁਹਾਂਦਰਾ ਕਿਵੇਂ ਦਾ, ਇਹਦੇ ਨਾਲ ਤਾਂ ਹੀ ਕੋਈ ਮਤਲਬ ਨਹੀਂਗਾ, ਸਾਨੂੰ ਇਹਦੇ ਵੱਲ ਨਹੀਂ ਵੇਖਣਾ। ਇਸੇ ਨੂੰ ਤਾਂ ਕਿਹਾ ਜਾਂਦਾ ਰੂਸੀ ਰੂਪਵਾਦ ਲਹਿਰ। ਉਹ ਕਹਿੰਦੇ ਵੀ ਰਚਨਾ ਦੇ ਨਾਲ ਜੁੜੋ, ਸਿੱਧਾ ਰਚਨਾ ਵੱਲ ਨਾ ਦੇਖੋ। ਉਹ ਕਹਿੰਦੇ ਵੀ ਇਹ ਦੇਖੋ ਰਚਨਾ ਕੀ ਕਹਿ ਰਹੀ ਹੈ, ਇਹ ਨਾ ਦੇਖੋ ਵੀ ਰਚਨਾਕਾਰ ਕੀ ਕਹਿ ਰਿਹਾ, ਇਹ ਨਹੀਂ। ਇਸ ਤੋਂ ਪਹਿਲਾਂ ਤਾਂ ਹੀ ਦੇਖਿਆ ਜਾਂਦਾ ਸੀਗਾ। ਹੁਣ ਮੰਨ ਲਓ ਵੀ ਆਪਾਂ ਨਿਊਟਨ ਦਾ ਸਿਧਾਂਤ ਪੜ੍ਹਨਾ ਹੋਵੇ, ਨਿਊਟਨ ਦਾ ਸਾਇੰਸ ਦੇ ਵਿੱਚ ਨਿਊਟਨ ਦਾ ਸਿਧਾਂਤ, ਆਪਾਂ ਸਿੱਧਾ ਸਿਧਾਂਤ ਪੜ੍ਹਾਂਗੇ। ਆਪਾਂ ਐ ਥੋੜ੍ਹਾ ਪੜ੍ਹਾਂਗੇ ਵੀ ਨਿਊਟਨ ਦਾ ਜੀਵਨ ਕਿਵੇਂ ਦਾ ਸੀਗਾ, ਨਿਊਟਨ ਦੇ ਜਿਹੜੇ ਨਾਲ ਕੰਮ ਕਰਦੇ ਉਹਦੇ ਚੇਲੇ ਸੀ ਉਹਨਾਂ ਦਾ ਜੀਵਨ ਕਿਵੇਂ ਦਾ ਸੀ, ਆਹ ਚੀਜ਼ਾਂ ਨਹੀਂ ਪੜ੍ਹਦੀਆਂ। ਇਸ ਲਹਿਰ ਨੂੰ ਕਿਹਾ ਜਾਂਦਾ ਰੂਸੀ ਰੂਪਵਾਦ। ਇਹ ਸਿਰਫ ਉਦਾਹਰਨ ਦਿੱਤਾ ਤੁਹਾਨੂੰ ਨਿਊਟਨ ਵਾਲਾ ਮੈਂ ਇੱਕ, ਹੋਰ ਕੁਛ ਨਹੀਂ। ਰੂਪਵਾਦ ਸ਼ਬਦ ਹੈ ਜਿਹੜਾ, ਇਹ ਇਸ ਨੂੰ ਮਤਲਬ ਕਹਿ ਲਓ ਵੀ ਤੁਸੀਂ, ਇਹ ਰੂਪਵਾਦ ਸ਼ਬਦ ਵੀ ਇਹਨਾਂ ਨੇ ਨਹੀਂ ਦਿੱਤਾ ਜਿਨ੍ਹਾਂ ਨੇ ਰੂਸੀ ਰੂਪਵਾਦ ਲਹਿਰ ਚਲਾਈ। ਜਿਹੜੇ ਸਾਡੇ ਹੁਣ ਜਿਹੜੀਆਂ ਆਪਾਂ ਲਹਿਰ ਚੱਲਦੀਆਂ ਸੀਗੀਆਂ ਜਿਹਦੇ ਵਿੱਚ ਪ੍ਰਗਤੀਵਾਦੀ ਕਾਵਧਾਰਾ ਆਪਾਂ ਪੜ੍ਹਦੇ ਹਾਂ, ਪ੍ਰਗਤੀਵਾਦੀ ਵੀ ਲਹਿਰ ਚੱਲੀ ਸੀ ਇੱਕ। ਅਤੇ ਪ੍ਰਗਤੀਵਾਦ ਦੇ ਵਿੱਚ ਕੀ ਹੁੰਦਾ ਸੀ ਵੀ ਨਿਰਾ ਇਹੀ ਦੇਖਿਆ ਜਾਂਦਾ ਸੀਗਾ ਵੀ ਅੰਦਰ ਹੈ ਕੀ, ਨਿਰਾ ਪੂਰਾ। ਉਹ ਵੀ ਤਾਂ ਇਹੀ ਵੇਖਦੇ ਸੀ ਵੀ ਸਾਹਿਤਕਾਰ ਦਾ ਜੀਵਨ ਕਿਵੇਂ ਦਾ ਹੈ, ਵੀ ਕੀ ਉਹ ਪ੍ਰਗਤੀਵਾਦ ਨਾਲ ਜੁੜਿਆ, ਕੀ ਉਹ ਸਾਡੇ ਸਿਧਾਂਤ ਅਪਣਾਉਂਦਾ ਹੈ ਨਾ। ਪਰ ਇਹਦੇ ਵਿੱਚ ਨਹੀਂ ਸੀ ਰੂਸੀ ਰੂਪਵਾਦ ਲਹਿਰ ਕਹਿੰਦੀ ਵੀ ਨਹੀਂ, ਇਸ ਤਰ੍ਹਾਂ ਨਹੀਂ ਕਰਨਾ, ਰਚਨਾਕਾਰ ਨਾਲ ਜੁੜਨ ਦਾ ਕੋਈ ਮਤਲਬ ਨਹੀਂ, ਰਚਨਾ ਨਾਲ ਜੁੜੋ, ਰਚਨਾ ਨੂੰ ਦੇਖੋ ਰਚਨਾ ਕੀ ਕਹਿ ਰਹੀ ਹੈ। ਇਹਦੇ 'ਤੇ ਤੁਸੀਂ ਇਹਦੇ 'ਤੇ ਸਰਚ ਕਰੋ ਨਾ, ਇਹਦੇ 'ਤੇ ਖੋਜ ਸਰਚ ਹੋਣੀ ਚਾਹੀਦੀ ਹੈ। ਇਸ ਕਰਕੇ ਰੂਪਵਾਦ ਸ਼ਬਦ ਹੈ ਜਿਹੜਾ, ਇਹ ਰੂਸੀ ਰੂਪਵਾਦੀਆਂ ਨੇ ਆਪ ਨਹੀਂ ਦਿੱਤਾ, ਇਸ ਲਹਿਰ ਨੂੰ ਚਲਾਉਣ ਵਾਲਿਆਂ ਨੇ ਨਹੀਂ ਦਿੱਤਾ, ਇਹਨੂੰ ਇਹ ਸ਼ਬਦ ਵਿਰੋਧੀਆਂ ਨੇ ਦਿੱਤਾ। ਇਸ ਦੇ ਵਿਰੋਧੀ ਵੀ ਤਾਂ ਸੀਗੇ। ਹਰ ਜਿਹੜੀ ਕੋਈ ਵੀ ਵਿਚਾਰਧਾਰਾ ਚੱਲਦੀ ਹੈ ਉਹਦਾ ਵਿਰੋਧ ਵੀ ਤਾਂ ਹੁੰਦਾ ਹੈ ਨਾ। ਕੋਈ ਵੀ ਲਾ ਲਓ ਤੁਸੀਂ, ਜੇ ਰਹੱਸਵਾਦੀ ਵਿਚਾਰਧਾਰਾ ਚੱਲੀ ਉਹਦੇ ਵਿਰੋਧ 'ਚ ਇੱਕ ਹੁੰਦੀ ਹੈ, ਨਵ ਰਹੱਸਵਾਦੀ ਉਹਦੇ ਵੀ ਕੋਈ ਵਿਰੋਧ 'ਚ ਆਊਗੀ, ਪ੍ਰਗਤੀਵਾਦੀ ਵਿਚਾਰਧਾਰਾ ਦੇ ਵੀ ਵਿਰੋਧ 'ਚ ਆਉਂਦੀ ਹੈ ਇੱਕ ਵਿਚਾਰਧਾਰਾ। ਇਸ ਕਰਕੇ ਕੋਈ ਦਿੱਕਤ ਨਹੀਂ। ਜਦੋਂ ਤੁਸੀਂ 12ਵੀਂ ਵਾਲੀ ਪੁਸਤਕ ਪੜ੍ਹਦੇ ਹੋ ਉਹਦੇ ਵਿੱਚ ਵਿਚਾਰਧਾਰਾ ਦੇ ਰੱਖੀਆਂ ਨਾ ਸਾਰੀਆਂ। ਜਦੋਂ ਤੁਸੀਂ ਪੰਜਾਬੀ ਸਾਹਿਤ ਦਾ ਇਤਿਹਾਸ ਪੜ੍ਹਨਾ ਸ਼ੁਰੂ ਕਰਦੇ ਹੋ ਤਾਂ ਉਦੋਂ ਵਿਚਾਰਧਾਰਾਵਾਂ ਦਿੱਤੀਆਂ, ਧਿਆਨ ਨਾਲ ਪੜ੍ਹਿਓ ਉਹਨਾਂ ਨੂੰ। ਉਹਨਾਂ ਵਿਚਾਰਧਾਰਾਵਾਂ ਦੇ ਲੱਛਣ ਕੀ ਕੀ ਹੈ, ਇਸ ਵਿਚਾਰਧਾਰਾ ਦਾ ਕੀ ਲੱਛਣ ਹੈ, ਕਿਹੜੇ ਤੋਂ ਪਛਾਣੀ ਜਾਂਦੀ ਹੈ, ਧਿਆਨ ਨਾਲ ਪੜ੍ਹਨਾ ਤੁਸੀਂ ਉਹ ਸਾਰਾ। ਰੂਸੀ ਰੂਪਵਾਦ ਦੇ ਸਿਧਾਂਤ ਕੀ ਕੀ ਸੀ? ਉਹ ਕਹਿੰਦੇ ਵੀ ਆਲੋਚਨਾ ਦਾ ਕਾਰਜ ਇੱਕ ਤਾਂ ਵਿਗਿਆਨਿਕ ਹੋਣਾ ਚਾਹੀਦਾ, ਕਿਉਂਕਿ ਹਰ ਕੋਈ ਹੈ ਜਿਹੜਾ, ਜਿਵੇਂ ਜੀਵ ਵਿਗਿਆਨ, ਰਾਜਨੀਤੀ ਵਿਗਿਆਨ, ਸਮਾਜਿਕ ਵਿਗਿਆਨ, ਅਤੇ ਉਵੇਂ ਹੀ ਆਲੋਚਨਾ ਦਾ ਵੀ ਇੱਕ ਆਪਣਾ ਵਿਗਿਆਨ ਹੋਣਾ ਚਾਹੀਦਾ। ਇੱਕ ਤਾਂ ਰੂਪਵਾਦ ਦਾ ਸਿਧਾਂਤ ਇਹ ਸੀ। ਦੂਸਰਾ, ਸਾਹਿਤਕ ਸਮੀਖਿਆ, ਸਾਹਿਤਕ ਆਲੋਚਨਾ ਦੇ ਸਮੇਂ ਜਿਹੜੇ ਸਾਹਿਤ ਦੀ ਰਚਨਾ ਜਿਹੜੀ ਕੀਤੀ ਆ ਉਹਦੇ ਤੱਤਾਂ ਦੇ ਆਪਸੀ ਰਿਸ਼ਤੇ ਨੂੰ ਸਮੂਹਿਕ ਰੂਪ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਵਰਤਮਾਨ ਦੇ ਵਿੱਚ ਕਵਿਤਾ ਦੇ ਸਾਰੇ ਤੱਤਾਂ ਨੂੰ ਸਮੂਹਿਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਅੰਦਰੂਨੀ ਅਤੇ ਬਾਹਰੀ ਦੋਨਾਂ ਨੂੰ, ਕਿਉਂਕਿ ਸ਼ਬਦ ਇੱਕ ਹੀ ਹੋ ਗਿਆ, ਸੰਰਚਨਾ ਸ਼ਬਦ ਦੇ ਆਧਾਰ 'ਤੇ। ਰਚਨਾਤਮਕ ਜੁਗਤਾਂ ਦੇ ਉੱਪਰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਰਚਨਾਤਮਕ ਜੁਗਤਾਂ, ਰਚਨਾਤਮਕ ਵਿਧੀਆਂ, ਰਚਨਾਤਮਕ ਢੰਗ, ਇਹਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਅੱਗੇ, ਸਾਹਿਤਕ ਵਿਚਾਰਧਾਰਾ ਦੀ ਬਜਾਏ ਸਾਹਿਤ ਦੇ ਨਾਲ ਜੁੜਨਾ ਚਾਹੀਦਾ ਹੈ। ਜੇ ਮੰਨ ਲਓ ਤੁਸੀਂ ਕੋਈ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜਿਆ ਤਾਂ ਉਹ ਕਹਿੰਦੇ ਨਹੀਂ, ਉਹਦੀ ਇਲਾਵਾ ਸਾਹਿਤ ਦੇ ਨਾਲ ਜੁੜਨਾ ਚਾਹੀਦਾ, ਸਿੱਧਾ ਕਿਸੇ ਵਿਚਾਰਧਾਰਾ ਦੇ ਨਾਲ ਨਹੀਂ। ਰਚਨਾ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ। ਇਹ ਨਾ ਵੇਖੋ ਕਵੀ ਕੀ ਕਹਿੰਦਾ, ਇਹ ਵੇਖੋ ਕਵਿਤਾ ਕੀ ਕਹਿੰਦੀ ਹੈ। ਅੰਦਰਲੇ ਤੱਤਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ। ਇਹਦਾ ਮਤਲਬ ਜਦੋਂ ਰੂਸੀ ਰੂਪਵਾਦ ਲਹਿਰ ਚੱਲਦੀ ਹੈ ਉਦੋਂ ਕਵਿਤਾ ਦੇ ਅੰਦਰਲੇ ਤੱਤਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ ਸੀ। ਕਵਿਤਾ ਦਾ ਵਿਸ਼ਲੇਸ਼ਣ ਸਿਰਫ ਉਸ ਦੇ ਬਾਹਰੀ ਤੱਤਾਂ ਦੇ ਆਧਾਰ 'ਤੇ ਕਰ ਦਿੱਤਾ ਜਾਂਦਾ ਸੀ। ਸਾਹਿਤ ਨੂੰ ਵਿਸ਼ੇ ਤੇ ਰੂਪ ਵਿੱਚ ਵੰਡਣ ਦੇ ਬਜਾਏ ਸਾਹਿਤ ਦੇ ਸਮੁੱਚੇ ਅਸਤਿਤਵ, ਸਮੁੱਚੇ ਨੂੰ ਹੀ ਉਹਨਾਂ ਨੇ ਕਿਹਾ ਰੂਪ। ਉਹ ਕਹਿੰਦੇ ਰੂਪ ਤੇ ਵਿਸ਼ੇ ਨੂੰ ਅੱਡ-ਅੱਡ ਕਿਉਂ ਕਰਦੇ ਆ? ਰੂਪ ਤੇ ਵਿਸ਼ੇ ਨੂੰ ਮਿਲਾ ਕੇ ਇੱਕ ਹੀ ਸ਼ਬਦ ਕਹੋ ਨਾ, ਰੂਪ ਇਕੱਲਾ ਕਹੋ। ਇਸੇ ਕਰਕੇ ਉਹਨਾਂ ਨੇ ਰੂਸੀ ਰੂਪਵਾਦ ਕਹਿਤਾ। ਆਧੁਨਿਕ ਸਾਹਿਤ ਦੇ ਵਿੱਚ ਉਸੇ ਨੂੰ ਆਪਾਂ ਕਹਿ ਦਿੰਦੇ ਆ ਸੰਰਚਨਾ। ਹਾਂਜੀ, ਰੂਸੀ ਰੂਪਵਾਦ ਦਾ ਜਨਮ 1914-15 ਦੇ ਵਿੱਚ ਹੁੰਦਾ ਹੈ। ਪ੍ਰਤੀਕਵਾਦੀ ਅਤੇ ਮਾਰਕਸਵਾਦੀਆਂ ਦੇ ਪ੍ਰਤੀਕਰਮ ਵਿਰੋਧ ਦੇ ਵਜੋਂ ਹੁੰਦਾ ਹੈ।
ਕਿਉਂਕਿ ਉਦੋਂ ਉਹਨਾਂ ਦਿਨਾਂ ਦੇ ਵਿੱਚ ਇੱਕ ਪ੍ਰਤੀਕਵਾਦੀ ਕਾਵਧਾਰਾ ਚੱਲ ਰਹੀ ਹੈ, ਇੱਕ ਚੱਲ ਰਹੀ ਹੈ ਮਾਰਕਸਵਾਦੀ ਲਹਿਰ ਚੱਲ ਰਹੀ ਹੈ ਰੂਸ ਦੇ ਵਿੱਚ। ਉਦੋਂ ਤੁਹਾਨੂੰ ਪਤਾ ਹੀ ਹੈ ਮਾਰਕਸਵਾਦੀ ਹੈ ਨਾ, ਉਹਦੇ ਪ੍ਰਤੀਕਰਮ ਮਤਲਬ ਵਿਰੋਧ ਦੇ ਵਜੋਂ ਇਸ ਦਾ ਜਨਮ ਹੁੰਦਾ ਹੈ। ਹੁਣ ਇਹ ਤਾਂ ਸਿਰਫ ਇਹ ਪ੍ਰਗਤੀਕਵਾਦੀ ਅਤੇ ਮਾਰਕਸਵਾਦੀ ਤਾਂ ਸਿਰਫ ਕੋਈ ਤਾਂ ਮਤਲਬ ਬਾਹਰੀ ਤੱਤਾਂ ਨਾਲ ਜੁੜਿਆ ਸੀ, ਕੋਈ ਅੰਦਰੂਨੀ ਤੱਤਾਂ ਨਾਲ ਜੁੜਿਆ ਸੀ। ਅਤੇ ਰੂਪਵਾਦੀ ਲਹਿਰ ਕਹਿੰਦੀ ਵੀ ਕਿਉਂ ਕਰਦੇ ਹੋ ਤੁਸੀਂ ਐਵੇਂ, ਬਾਹਰੀ ਅਤੇ ਅੰਦਰੂਨੀ ਤੱਤਾਂ ਨੂੰ ਅਲੱਗ-ਅਲੱਗ ਕਿਉਂ ਵਿਚਾਰਦੇ ਹੋ, ਤੁਸੀਂ ਇਕੱਠੇ ਵਿਚਾਰੋ ਨਾ ਇਹਨਾਂ ਨੂੰ, ਵੀ ਤੁਹਾਨੂੰ ਕੀ ਗੋਲੀ ਵੱਜਦੀ ਹੈ। ਉਹ ਕਹਿੰਦੇ ਵੀ ਕੀ ਹੋਣ ਲੱਗਾ ਇਹਦੇ ਨਾਲ, ਰੂਸੀ ਰੂਪਵਾਦ ਲਹਿਰ ਦਾ ਜਨਮ ਹੋ ਗਿਆ। ਰੂਸੀ ਰੂਪਵਾਦ ਦੇ ਜਿਹੜੇ ਸੀਗੇ ਰੂਸੀ ਰੂਪਵਾਦੀ, ਉਹਨਾਂ ਦੀ ਵੀ ਆਪਸ ਦੇ ਵਿੱਚ ਵਿਚਾਰ ਨਹੀਂ ਸੀ ਮਿਲਦੇ। ਉਹਨਾਂ ਦੀਆਂ ਵੀ ਦੋ ਸ਼ਾਖਾਵਾਂ ਸੀਗੀਆਂ, ਇੱਕ ਮਾਸਕੋ ਦੇ ਵਿੱਚ ਚੱਲਦੀ ਸੀ, ਇੱਕ ਲੈਨਿਨਗਰਾਦ ਸੀਗੀ। ਮਾਸਕੋ ਦਾ ਨਾਮ ਸੀ, ਮਾਸਕੋ ਵਾਲੀ ਦਾ ਮਾਸਕੋ ਲਿੰਗੁਇਸਟਿਕ ਸਰਕਲ, ਜਿਹਦਾ ਮੇਨ ਬੰਦਾ ਸੀ ਰੋਮਨ ਜੈਕਬਸਨ। 1915 ਦੇ ਵਿੱਚ ਇਹ ਸੀਗਾ। ਅਤੇ ਦੂਸਰਾ ਸੀਗਾ ਵਿਕਟਰ ਸ਼ਕਲੋਵਸਕੀ। ਵਿਕਟਰ ਸ਼ਕਲੋਵਸਕੀ ਇਹਨੇ ਇੱਕ ਬੁੱਕ ਲਿਖੀ ਸੀਗੀ ਦਾ ਸੁਸਾਇਟੀ ਫॉर द ਸਟੱਡੀ ਆਫ ਪੋਇਟਿਕ ਲੈਂਗੁਏਜ। ਤਾਂ ਇਹਦਾ ਮਤਲਬ ਕੀ ਹੈ ਵੀ ਇਹਨਾਂ ਦਾ ਇੱਕ ਸਿਧਾਂਤ ਸੀਗਾ, ਇਹ ਬੁੱਕ ਨਹੀਂ ਸਿਧਾਂਤ ਮਤਲਬ ਸੀਗਾ ਇੱਕ ਤਰ੍ਹਾਂ ਦਾ ਓਪੋਜੈਜ਼ਨ ਜਿਹਨੂੰ ਕਹਿ ਦਿੰਦਾ ਸੀ ਇਹਨਾਂ ਦੀ ਭਾਸ਼ਾ ਵਿੱਚ। ਅਤੇ ਇਹ ਲੈਨਿਨਗਰਾਦ ਵਾਲਾ ਜਿਹੜਾ ਇਹਨਾਂ ਦਾ ਸੀਗਾ ਸ਼ਾਖਾ, ਅਤੇ ਉਹਦੇ ਵਿੱਚ ਇਹਦੇ ਨਾਲ ਵਿਕਟਰ ਸ਼ਕਲੋਵਸਕੀ ਦੇ ਨਾਲ ਬੋਰਿਸ ਆਈਖਨਬਾਮ ਸੀ, ਤੋਮਾਸ਼ੇਵਸਕੀ ਵੀ ਸੀਗਾ, ਤਿਆਜਾਨੋਵ ਵੀ ਸੀਗਾ। ਤਿਆਜਾਨੋਵ ਨੇ ਇੱਕ ਬੁੱਕ ਲਿਖੀ ਸੀ ਕਾਵ ਭਾਸ਼ਾ ਦੇ ਸਿਧਾਂਤ ਦਾ ਅਧਿਐਨ 1916 ਦੇ ਵਿੱਚ। ਇਹ ਸਾਰੇ ਬੰਦੇ ਮਿਲਾ ਕੇ ਜਿਨ੍ਹਾਂ ਨੇ ਇੱਕ ਲਹਿਰ ਚਲਾਈ ਸੀ, ਜਿਸ ਨੂੰ ਇਹਨਾਂ ਦੇ ਵਿਰੋਧੀਆਂ ਨੇ ਹੀ ਇਹਦਾ ਨਾਮ ਦਿੱਤਾ ਸੀ ਰੂਪਵਾਦ। ਇਹਨਾਂ ਨੇ ਨਹੀਂ ਦਿੱਤਾ ਵਿਚਾਰਿਆਂ ਨੇ ਨਾਮ। ਹਾਂ, ਰੂਪਵਾਦ ਦਾ ਸੰਕਲਪ ਕੀ ਹੈ, ਫਾਰਮ ਕੀ ਹੈ ਇਹਦਾ? ਰੂਪ ਤੋਂ ਭਾਵ ਵਸਤੂ ਅਤੇ ਰੂਪ ਦੋਨਾਂ ਤੋਂ ਹੈ। ਧਿਆਨ ਦੇ ਵਿੱਚ ਰੱਖਣੀ ਹੈ ਗੱਲ ਤੁਸੀਂ। ਰੂਪ ਦਾ ਸੰਕਲਪ ਅਰਸਤੂ ਦੇ ਸਮੇਂ ਤੋਂ ਹੀ ਚੱਲ ਰਿਹਾ ਸੀਗਾ। ਰੂਪ ਵਾਲਾ ਜਿਹੜਾ ਰੂਪ ਸ਼ਬਦ ਹੈ ਜਿਹੜਾ ਉਦੋਂ ਤੋਂ ਹੀ ਚੱਲ ਰਿਹਾ ਸੀ, ਦਾ ਸੰਕਲਪ ਹੈ ਜਿਹੜਾ ਕਵਿਤਾ ਦੇ ਵਿੱਚ ਸਾਹਿਤ ਦੇ ਵਿੱਚ। ਪਰ ਬਾਅਦ ਵਿੱਚ ਇਸ ਰਚਨਾ ਨੂੰ ਸਮੁੱਚਾ ਰੂਪ ਮੰਨਣ ਦੀ ਬਜਾਏ ਵਸਤੂ ਅਤੇ ਰੂਪ ਦੇ ਦਵੈਧ ਵਿੱਚ ਵੰਡਿਆ ਜਾਣ ਲੱਗਾ ਸੀ। ਪ੍ਰਤੀਕਵਾਦੀ ਅਤੇ ਜਿਹੜੇ ਸੀਗੇ ਆਪਣੇ ਪ੍ਰਤੀਕਵਾਦੀ ਅਤੇ ਮਾਰਕਸਵਾਦੀ, ਅਤੇ ਇਹ ਆ ਜਿਹੜੇ ਦੋਨੇ ਇਹ ਕੀ ਕਰਦੇ ਸੀਗੇ, ਰੂਪ ਅਤੇ ਵਸਤੂ ਨੂੰ ਅੱਡ ਅੱਡ ਹੀ ਮੰਨਦੇ ਸੀਗੇ। ਇਹ ਦਵੈਤਵਾਦ ਦਾ ਸਿਧਾਂਤ ਹੋ ਗਿਆ ਨਾ, ਦੋਹਰਾ ਮਾਪਦੰਡ ਸੀ ਉਹਨਾਂ ਦਾ। ਮਾਰਕਸਵਾਦੀ ਚਿੰਤਕ ਫਿਰ ਇੱਕ ਹੋਇਆ ਸੀਗਾ ਟਰਾਟਸਕੀ। ਟਰਾਟਸਕੀ ਨੇ ਕੀ ਕੀਤਾ ਸੀਗਾ, ਆਪਣੀ ਪੁਸਤਕ ਸਾਹਿਤ ਅਤੇ ਕ੍ਰਾਂਤੀ ਵਿੱਚ ਰੂਪਵਾਦ ਨੂੰ ਸ਼ੁੱਧ ਸਾਹਿਤ ਕਹਿਤਾ ਸੀਗਾ। ਬਸ ਇੱਥੋਂ ਇਹਨਾਂ ਦਾ ਪਤਨ ਸ਼ੁਰੂ ਹੋ ਗਿਆ ਸੀ ਰੂਪਵਾਦੀਆਂ ਦਾ। ਜਦੋਂ ਕੀ ਹੋਇਆ, ਮਾਰਕਸਵਾਦੀ ਚਿੰਤਕ ਟਰਾਟਸਕੀ ਨੇ ਕਿਹਾ ਵੀ ਇਹ ਤਾਂ ਸ਼ੁੱਧ ਸਾਹਿਤ ਹੈ। ਸ਼ੁੱਧਤਾ ਕਿਉਂ ਨਹੀਂ ਪਚਦਾ ਹੁੰਦਾ ਆਪਾਂ ਨੂੰ, ਸ਼ੁੱਧ ਕੋਈ ਚੀਜ਼ ਨਹੀਂ ਚਾਹੀਦੀ ਆਪਾਂ ਨੂੰ, ਆਪਣਾ ਸਰੀਰ ਸ਼ੁੱਧਤਾ ਪ੍ਰਵਾਨ ਨਹੀਂ ਕਰਦਾ, ਕੁਛ ਮਿਲਾਵਟ ਨਾ ਹੋਵੇ ਜਿੰਨਾ ਟਾਈਮ। ਤਾਂ ਉਹ ਕਹਿੰਦਾ ਵੀ ਇਹ ਤਾਂ ਸ਼ੁੱਧ ਸਾਹਿਤ ਆ। ਸ਼ੁੱਧ ਸਾਹਿਤ ਕਿਹਾ ਅਤੇ ਲੋਕਾਂ ਨੇ ਨਕਾਰਤਾ ਉਸ ਚੀਜ਼ ਨੂੰ। ਉਹ ਹੈ ਜਿਹੜੀ ਲਹਿਰ ਉਹ ਫੇਲ ਹੋ ਗਈ। ਰੂਸੀ ਰੂਪਵਾਦ ਦੀ ਸੰਕਲਪਾਤਮਕ ਵਿਆਖਿਆ ਕਰਦੀ ਹੈ। ਆਪਾਂ ਚਲੋ ਆ ਜਾਓ ਕੀ ਕੁਛ ਇਹਨਾਂ ਨੇ ਕਿਹਾ ਆ। ਰੂਪ ਅਤੇ ਵਸਤੂ ਦੀ ਇਹਨਾਂ ਨੇ ਜਦੋਂ ਇਕੱਠਿਆਂ ਨੂੰ ਇੱਕੋ ਸ਼ਬਦ ਦੇ ਵਿੱਚ ਵਰਤਿਆ ਰੂਪ ਵਿੱਚ, ਤਾਂ ਉਦੋਂ ਉਹਨਾਂ ਨੇ ਕਿਹੜੇ ਸੰਕਲਪ ਪੇਸ਼ ਕੀਤੇ। ਜਿਵੇਂ ਲੋਨ ਜਾਈਨਸ ਦਾ ਆਪਾਂ ਉਦਾਤ ਦਾ ਸੰਕਲਪ ਪੜ੍ਹਿਆ ਸੀ, ਉਹਦੇ ਵਿੱਚ ਉਸਨੇ ਸੰਕਲਪ ਕੁਝ ਸਿਧਾਂਤ ਪੇਸ਼ ਕੀਤੇ ਸੀਗੇ। ਅਤੇ ਉਵੇਂ ਹੀ ਉਹ ਕਹਿੰਦੇ ਵੀ ਜਦੋਂ ਤੁਸੀਂ ਇੱਕ ਰਚਨਾ, ਜਦੋਂ ਉਸ ਰਚਨਾ ਦੇ ਅੰਦਰੂਨੀ ਅਤੇ ਬਾਹਰੀ ਪੱਖਾਂ ਨੂੰ ਇੱਕੋ ਹੀ ਮੰਨਦੇ ਹੋ, ਇਕੱਲਾ ਰੂਪ ਮੰਨਦੇ ਹੋ, ਰੂਪ ਅਤੇ ਵਸਤੂ ਨੂੰ ਇੱਕ ਹੀ ਸ਼ਬਦ ਨਾਲ ਡਿਫਾਈਨ ਕਰੋ ਰੂਪ ਦੇ ਨਾਲ, ਤਾਂ ਉਦੋਂ ਕਿਹੜੀਆਂ ਚੀਜ਼ਾਂ, ਕਿਹੜੇ ਤੱਤ, ਕਿਹੜੇ ਸਿਧਾਂਤ ਉਹਨਾਂ ਨੇ ਪੇਸ਼ ਕੀਤੇ। ਸਭ ਤੋਂ ਪਹਿਲਾਂ ਉਹਨਾਂ ਨੇ ਕਲਾ ਅਤੇ ਜੀਵਨ ਵਿੱਚ ਅੰਤਰ ਕੀਤਾ। ਉਹ ਕਹਿੰਦੇ ਵੀ ਕਲਾ ਜੀਵਨ ਦੇ ਨਾਲੋਂ ਵੱਖਰੀ ਹੈ। ਆਪਾਂ ਕਈ ਕਹਿੰਦੇ ਨੇ ਕਲਾ ਹੀ ਜੀਵਨ ਹੈ, ਕਲਾ ਹੈ, ਕੋਈ ਕਹਿੰਦਾ ਕਲਾ ਜੀਵਨ ਹੈ, ਕੁਛ ਵੀ ਆ। ਉਹ ਕਹਿੰਦੇ ਕਲਾ ਅਤੇ ਜੀਵਨ ਅੱਡ ਅੱਡ ਹੈ। ਦੂਸਰੀ, ਰੂਪਵਾਦੀਆਂ ਨੂੰ ਇਸ ਬਾਰੇ ਮੁੱਢਲੀ ਪ੍ਰੇਰਨਾ ਹੈ ਜਿਹੜੀ ਕਲਾ ਅਤੇ ਜੀਵਨ ਵਿੱਚ, ਇਹ ਭਵਿੱਖਵਾਦੀਆਂ ਤੋਂ ਮਿਲੀ ਸੀਗੀ। ਭਵਿੱਖਵਾਦੀ ਵੀ ਇੱਕ ਲਹਿਰ ਸੀ, ਉਹਨਾਂ ਤੋਂ ਇਹਨਾਂ ਨੇ ਪ੍ਰੇਰਨਾ ਲਈ ਸੀ ਕਲਾ ਅਤੇ ਜੀਵਨ ਵਿੱਚ ਅੰਤਰ ਵਾਲੀ। ਜਿਹੜਾ ਸੀ ਰੋਮਨ ਜੈਕਬਸਨ, ਨਾਮ ਉੱਪਰ ਆ ਚੁੱਕਿਆ ਰੋਮਨ ਜੈਕਬਸਨ। ਹਾਂ, ਇਹਨੇ ਭਾਸ਼ਾ ਦਾ ਪ੍ਰਾਗ ਸਕੂਲ ਖੋਲ੍ਹਿਆ ਸੀ 1928 ਦੇ ਵਿੱਚ। ਮਾਸਕੋ ਲਿੰਗੁਇਸਟਿਕ ਸਰਕਲ ਇਹਨੇ ਚਲਾਇਆ ਸੀਗਾ ਮਾਸਕੋ ਦੇ ਵਿੱਚ। ਰੋਮਨ ਜੈਕਬਸਨ ਜੀ ਦਾ ਪ੍ਰਮੁੱਖ ਸੀਗਾ। ਉਹ ਕਹਿੰਦਾ ਵੀ ਕਲਾ ਜ਼ਿੰਦਗੀ ਤੋਂ ਹਮੇਸ਼ਾ ਮੁਕਤ ਰਹਿੰਦੀ ਹੈ ਅਤੇ ਇਸ ਦੇ ਰੰਗ ਸ਼ਹਿਰ ਦੇ ਕਿਲੇ 'ਤੇ ਲਹਿਰਾਉਂਦੇ ਝੰਡੇ ਦੇ ਰੰਗਾਂ ਨੂੰ ਪ੍ਰਤੀਬਿੰਬਿਤ ਨਹੀਂ ਕਰਦੇ। ਉਹ ਕਹਿੰਦਾ ਕਲਾ ਦੇ ਰੰਗ ਹੈ ਜਿਹੜੇ, ਕਹਿੰਦਾ ਇਹਦੇ ਸ਼ਹਿਰ ਦੇ ਕਿਲੇ ਉੱਤੇ ਕੋਈ ਲਹਿਰਾਉਂਦਾ ਜਿਵੇਂ ਝੰਡਾ ਮੰਨ ਲਓ, ਤਾਂ ਉਹ ਝੰਡੇ ਦੇ ਰੰਗਾਂ ਨੂੰ ਪ੍ਰਤੀਬਿੰਬਿਤ ਨਹੀਂ ਕਰਦੇ। ਕਹਿਣ ਦਾ ਭਾਵ ਕੀ ਆ ਵੀ ਇੱਕ ਝੰਡਾ ਹੋਰ ਹੈ, ਇੱਕ ਝੰਡਾ ਹੋਰ ਹੈ, ਦੋ ਝੰਡੇ ਆ। ਕਹਿੰਦਾ ਵੀ ਇੱਕ ਝੰਡਾ ਤੁਸੀਂ ਕਲਾ ਸਮਝ ਲਓ, ਇੱਕ ਝੰਡਾ ਕਹਿੰਦਾ ਤੁਸੀਂ ਜੀਵਨ ਸਮਝ ਲਓ। ਦੋਨਾਂ ਦੇ ਰੰਗ ਅੱਡ ਅੱਡ ਹੈ। ਕਹਿੰਦਾ ਚਾਹੇ ਹੈ ਦੋਵੇਂ ਝੰਡੇ ਹੀ ਆ, ਭਾਵੇਂ ਹੈ ਕਿ ਨਹੀਂ ਹੈ, ਦੋਨੇ ਫਲੈਗ ਆ, ਪਰ
ਰੰਗ ਅੱਡ ਅੱਡ ਹੈ ਕਹਿੰਦਾ ਉਹਨਾਂ ਦੇ। ਇਸ ਕਰਕੇ ਕਲਾ ਤੇ ਜੀਵਨ ਵਿੱਚ ਅੰਤਰ ਕਰਨ ਸਮੇਂ ਰੋਮਨ ਜੈਕਬਸਨ ਨੇ ਕਿਸ ਚੀਜ਼ ਨੂੰ ਲਿਆ, ਉਹਨੇ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਹੈ? ਝੰਡੇ ਦੀ ਫਲੈਗ ਦੀ ਵਰਤੋਂ ਕਰਕੇ ਉਸਨੇ ਕਲਾ ਤੇ ਜੀਵਨ ਵਿੱਚ ਅੰਤਰ ਪੇਸ਼ ਕੀਤਾ। ਥੀਮ ਕਿਹਨੂੰ ਕਹਿੰਦੇ? ਫਿਰ ਉਹ ਕਹਿੰਦੇ ਵੀ ਥੀਮ ਕਿਵੇਂ ਦਾ ਹੋਣਾ ਚਾਹੀਦਾ। ਥੀਮ ਕੀ ਹੁੰਦਾ? ਥੀਮ ਮੂਲ ਵਿਸ਼ੇ ਨੂੰ ਕਹਿੰਦੇ ਆਪਾਂ, ਆਧਾਰ ਬਿੰਦੂ, ਬਿਰਤਾਂਤ। ਥੀਮ ਦੇ ਕਈ ਅਰਥ ਆ। ਥੀਮ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਆ ਉਵੇਂ ਤਾਂ। ਤੋਮਾਸ਼ੇਵਸਕੀ ਦਾ ਜਿਹੜਾ ਨਿਬੰਧ ਲਿਖਿਆ ਥੀਮੈਟਿਕਸ, ਤੋਮਾਸ਼ੇਵਸਕੀ ਵੀ ਰੂਸੀ ਰੂਪਵਾਦੀ ਹੈ, ਇੱਕ ਰੂਪਵਾਦੀ ਵਿਚਾਰਧਾਰਾ ਨਾਲ ਜੁੜਿਆ। ਉਹਨੇ ਇੱਕ ਨਿਬੰਧ ਲਿਖਿਆ ਸੀ ਥੀਮੈਟਿਕਸ, ਥੀਮ ਦੇ ਨਾਲ ਸੰਬੰਧਿਤ ਸੀ। ਉਹਦੇ ਵਿੱਚ ਉਹਨੇ ਇਸ ਸੰਕਲਪ ਦੀ ਚਰਚਾ ਕੀਤੀ ਹੈ। ਉਹ ਕਹਿੰਦਾ ਵੀ ਕਿਸੇ ਰਚਨਾ ਦੇ ਅੰਗ, ਕਿਸੇ ਸਮੁੱਚ ਦਾ ਮਤਲਬ ਹੁੰਦਾ ਸਾਰੇ ਦਾ ਸਾਰਾ, ਪੂਰੇ ਦਾ ਪੂਰਾ, ਹੋਲ ਜਿਹਨੂੰ ਕਹਿ ਦਿੰਦੇ ਆਪਾਂ। ਸਮੁੱਚ, ਸਾਰੇ ਦਾ ਸਾਰਾ, ਸਾਰੇ ਦਾ ਸਾਰਾ, ਸਾਰਾ ਟੋਟਲ ਜਿਹਦੇ ਵਿੱਚ ਆ ਜੇ, ਵਿੱਚ ਵੱਧ ਕੇ ਕਿਸੇ ਥੀਮ ਜਾਂ ਵਿਚਾਰ ਨੂੰ ਪੇਸ਼ ਕਰਦੇ। ਉਹ ਕਹਿੰਦਾ ਵੀ ਰਚਨਾ ਦੇ ਅੰਗ, ਰਚਨਾ ਵਿੱਚ ਜੋ ਕੁਝ ਕਿਹਾ ਗਿਆ ਹੋਵੇ ਉਹ ਥੀਮ ਹੁੰਦਾ ਹੈ। ਲਓ ਬੇਟਾ ਜੀ, ਪਰਿਭਾਸ਼ਾ ਆ ਗਈ ਥੀਮ ਦੀ। ਰਚਨਾ ਦੇ ਵਿੱਚ ਜੋ ਕੁਝ ਵੀ ਕਿਹਾ ਗਿਆ ਹੋਵੇ ਉਹੀ ਮੂਲ ਵਿਸ਼ਾ ਹੁੰਦਾ, ਉਹੀ ਆਧਾਰ ਬਿੰਦੂ ਹੁੰਦਾ, ਉਹੀ ਬਿਰਤਾਂਤ ਹੁੰਦਾ। ਰਚਨਾ ਵਿੱਚ ਜੋ ਕੁਝ ਕਿਹਾ ਗਿਆ ਹੋਵੇ ਉਹ ਹੁੰਦਾ ਥੀਮ। ਥੀਮ ਇੱਕ ਵਾਕ ਦਾ ਥੀਮ ਵੀ ਹੋ ਸਕਦਾ ਹੈ। ਥੀਮ ਦੀ ਇਕਾਈ ਛੋਟੀ ਤੋਂ ਛੋਟੀ ਵੀ ਹੋ ਸਕਦੀ ਹੈ ਨਾ। ਥੀਮ ਦੀ ਛੋਟੀ ਤੋਂ ਛੋਟੀ ਇਕਾਈ ਵਾਕ ਹੈ। ਉਹ ਕਹਿੰਦਾ ਵੀ ਥੀਮ, ਉਹ ਕਹਿੰਦਾ ਇੱਕ ਵਾਕ ਦਾ ਹੋ ਸਕਦਾ। ਕਹਿੰਦਾ ਕਵੀ ਆਪਣੀ ਗੱਲ ਇੱਕ ਵਾਕ ਦੇ ਵਿੱਚ ਕਹਿ ਸਕਦਾ, ਕੋਈ ਦਿੱਕਤ ਨਹੀਂ, ਕਹਿਣ ਨੂੰ ਕੋਈ ਵੱਡੀ ਗੱਲ ਨਹੀਂ, ਕਹਿ ਸਕਦਾ। ਸ਼ਬਦਾਂ ਦੀ ਖੇਡ ਹੈ। ਇੱਕ ਵਾਕ ਦਾ ਥੀਮ ਵੀ ਹੋ ਸਕਦਾ। ਥੀਮ ਦੀ ਇਕਾਈ ਛੋਟੀ ਤੋਂ ਛੋਟੀ ਵਾਕ ਹੈ। ਇਸ ਕਰਕੇ ਇੱਕ ਨਾਵਲ ਦੇ ਵੱਖ-ਵੱਖ ਹਿੱਸਿਆਂ ਨੂੰ ਆਪਾਂ ਥੀਮ ਕਹਿ ਸਕਦੇ ਹਾਂ, ਅਤੇ ਸਮੁੱਚੇ ਨਾਵਲ ਦਾ ਥੀਮ ਵੀ ਹੋ ਸਕਦਾ। ਉਹਨੇ ਕੀ ਕੀਤਾ, ਇੱਕ ਨਾਵਲ ਦੀ ਉਦਾਹਰਨ ਲੈ ਕੇ ਇਸ ਨੂੰ ਇਹਦਾ ਮਤਲਬ ਥੀਮ ਨੂੰ ਆਪਾਂ ਨੂੰ ਦੱਸਿਆ ਵੀ ਥੀਮ ਹੈ ਕੀ ਚੀਜ਼ ਆ। ਥੀਮ ਦੇ ਸਿਧਾਂਤ ਦੀ ਸੰਕਲਪ ਦੀ ਚਰਚਾ ਉਸਨੇ ਆਪਣੇ ਨਿਬੰਧ ਥੀਮੈਟਿਕਸ ਦੇ ਵਿੱਚ ਕੀਤੀ ਹੈ। ਅਤੇ ਥੀਮ ਇੱਕ ਸਮੁੱਚਾ ਨਾਵਲ, ਜਦੋਂ ਕੋਈ ਸਮੁੱਚੀ ਰਚਨਾ ਹੁੰਦੀ ਹੈ, ਉਹ ਥੀਮ ਦੀ ਸਭ ਤੋਂ ਵੱਡੀ ਇਕਾਈ ਉਹਨੇ ਸਮੁੱਚੀ ਰਚਨਾ ਨੂੰ ਕਿਹਾ, ਅਤੇ ਥੀਮ ਦੀ ਛੋਟੀ ਤੋਂ ਛੋਟੀ ਇਕਾਈ ਉਸਨੇ ਇੱਕ ਵਾਕ ਨੂੰ ਕਿਹਾ। ਯਾਦ ਰੱਖਣਾ ਤੁਸੀਂ। ਹੋਰ ਅਗਲੀ ਗੱਲ ਕਰਦੇ ਹਾਂ, ਆ ਜਾਓ ਛੇਤੀ ਕਲੀਅਰ ਕਰ ਦਈਏ ਇਸ ਨੂੰ। ਹਾਂ, ਤੋਮਾਸ਼ੇਵਸਕੀ ਨੇ ਇੱਕ ਗੱਲ ਕਹੀ ਹੈ, ਹਾਂ ਇਹਦਾ ਨਾਮ ਤਾਂ ਕੋਈ ਹੋਰ ਹੋ ਸਕਦਾ ਹੈ, ਪਰ ਮੈਨੂੰ ਕੀ ਹੈ, ਮੈਨੂੰ ਵਧੀਆ ਲੱਗਿਆ। ਵੈਸੇ ਤੋਮਸੇਵਸਕੀ ਹੈ ਨਾ, ਤੋਮਸੇਵਸਕੀ ਹੈ, ਪਰ ਮੈਨੂੰ ਕੋਈ ਵਧੀਆ ਨਹੀਂ ਲੱਗਿਆ। ਮੈਂ ਕਿਹਾ ਤੋਮਸੇ ਕੀ ਹੁੰਦਾ? ਤਮਾਸ਼ਾ ਤਾਂ ਚਲੋ ਹੁੰਦਾ ਇੱਕ, ਹੈ ਨਾ, ਵੀ ਜਿਵੇਂ ਕੋਈ ਖੇਡ ਤਮਾਸ਼ਾ ਹੋਈ ਜਾਂਦਾ ਹੋਵੇ। ਇਸ ਕਰਕੇ ਆਪਾਂ ਕੀ ਲੈਣਾ, ਉੱਥੇ ਕਿਹੜਾ ਸ਼ੁੱਧ ਪੁੱਛਣ ਲੱਗਾ ਵੀ ਇਹਦਾ ਇਹ ਸਹੀ ਸ਼ਬਦ ਸੁਣੋ ਵੀ ਤੋਮਸੇਵਸਕੀ ਕਿ ਤਮਾਸ਼ੇਵਸਕੀ ਕਿ ਤਮਾਸ਼ੇ ਕਿ ਤਮਾਸ਼ੇਵਿਸਕੀ। ਵੈਸੇ ਮੈਨੂੰ ਲੱਗਦਾ ਤਮਾਸ਼ੇਵਿਸਕੀ ਜ਼ਿਆਦਾ ਵਧੀਆ ਰਹੂਗਾ। ਵਿਸਕੀ ਪੀ ਕੇ ਜਿਹੜਾ ਬੰਦਾ ਤਮਾਸ਼ੇ ਕਰੇ ਉਸ ਨੂੰ ਕਿਹਾ ਜਾਂਦਾ ਤਮਾਸ਼ੇਵਿਸਕੀ। ਕਿਆ ਸ਼ਬਦਾਵਲੀ ਹੈ। ਥੀਮ ਰਚਨਾ ਦੇ ਮੋਟਿਫਾਂ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਹੁੰਦਾ ਹੈ। ਉਹ ਕਹਿੰਦਾ ਤੋਮਾਸ਼ੇਵਸਕੀ ਨੇ ਗੱਲ ਕਹੀ ਹੈ ਵੀ ਥੀਮ ਹੈ ਜਿਹੜਾ ਉਹ ਰਚਨਾ ਦੇ ਮੋਟਿਫਾਂ ਨੂੰ ਏਕਤਾ ਪ੍ਰਦਾਨ ਕਰਦਾ ਹੈ। ਲਓ ਜੀ, ਗੱਲ ਤੁਸੀਂ ਯਾਦ ਰੱਖਣੀ ਹੈ। ਹੁਣ ਤੁਸੀਂ ਕਹੋਗੇ ਸਰ ਮੋਟਿਫ ਕੀ ਹੋਵੇ? ਆ ਜਾਓ ਫਿਰ ਮੋਟਿਫ 'ਤੇ ਗੱਲ ਕਰਦੇ ਹਾਂ। ਮੋਟਿਫ, ਥੀਮ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਉਸਨੇ ਮੋਟਿਫ ਕਿਹਾ ਹੈ। ਥੀਮ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਉਸਨੇ ਮੋਟਿਫ ਕਿਹਾ ਹੈ। ਆਪਣੀ ਰੂਪਵਾਦ ਦੀ ਭਾਸ਼ਾ ਵਿੱਚ ਮੋਟਿਫ, ਸਾਹਿਤ ਰਚਨਾ ਵਿੱਚ ਜੋ ਤੱਤ ਵਾਰ-ਵਾਰ ਵਰਤਿਆ ਗਿਆ ਹੋਵੇ ਉਸ ਨੂੰ ਮੋਟਿਫ ਕਿਹਾ ਜਾਂਦਾ ਹੈ। ਮੋਟਿਫ ਥੀਮ ਦੇ ਨਾਲ ਜੁੜ ਕੇ ਹੀ ਪ੍ਰਸੰਗਿਕ ਹੁੰਦਾ ਹੈ। ਮਤਲਬ ਜੇ ਤੁਸੀਂ ਕਹੋ ਵੀ ਮੋਟਿਫ ਦੇ ਅਰਥ ਕਿਵੇਂ ਸਾਕਾਰ ਹੁੰਦੇ ਆ, ਉਦੋਂ ਸਾਕਾਰ ਹੁੰਦੇ ਆ ਜਦੋਂ ਉਹ ਥੀਮ ਦੇ ਨਾਲ ਜੁੜਦਾ ਹੈ। ਉੱਪਰ ਤੋਮਾਸ਼ੇਵਸਕੀ ਦੀ ਦੁਬਾਰੇ ਗੱਲ ਸੁਣ ਲਓ। ਥੀਮ ਰਚਨਾ ਦੇ ਮੋਟਿਫਾਂ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਹੈ। ਇਸ ਕਰਕੇ ਮੋਟਿਫ ਹੈ ਜਿਹੜਾ ਉਹ ਥੀਮ ਦੇ ਨਾਲ ਜੁੜ ਕੇ ਹੀ ਪ੍ਰਸੰਗਿਕ ਹੁੰਦਾ। ਬਿਰਤਾਂਤ ਕਥਾ ਦੇ ਜਿਸ ਅੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕੇ ਉਹ ਹੁੰਦਾ ਹੈ ਜੀ ਮੋਟਿਫ। ਉਸ ਨੂੰ ਕਿਹਾ ਜਾਂਦਾ ਹੈ ਮੋਟਿਵ। ਥੀਮ ਦੀ ਛੋਟੀ ਤੋਂ ਛੋਟੀ ਮੀਟ ਦੇਖੋ, ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਕੀ ਹੈ। ਵੀ ਹੁਣ ਤੁਸੀਂ ਕਹੋ ਸਰ ਇਹਦਾ ਕੀ ਸ਼ਾਬਦਿਕ ਅਰਥ ਕੀ ਹੈ? ਇਹੋ ਜਿਹਾ ਕੁਛ ਨਹੀਂ ਗਾ। ਸਿਰਫ ਇਹ ਵਿਚਾਰ ਪੇਸ਼ ਕੀਤੇ ਉਹਨਾਂ ਨੇ, ਸੰਕਲਪ ਪੇਸ਼ ਕੀਤੇ ਉਹਨੇ ਆਪਦੇ। ਜਿਵੇਂ ਆਪਾਂ ਨੌਨ ਜਾਈਨਿਸ ਦਾ ਪੜ੍ਹੀ ਜਾਂਦੇ ਸੀ, ਉਹਨੇ ਪਟਤਾਊਪੁਣੇ ਦਾ ਪ੍ਰਭਾਵ ਇੱਕ ਸੰਕਲਪ ਪੇਸ਼ ਕਰਤਾ ਆਪਦਾ, ਉਵੇਂ ਹੀ ਇਹਨਾਂ ਨੇ ਆਪਦਾ ਕੀਤਾ। ਥੀਮ, ਮੋਟਿਵ, ਅੱਗੇ ਸ਼ਬਦ ਆ ਗਏ ਨਾ ਇਹਦੇ ਕੀ ਹੈ। ਛੋਟੀ ਤੋਂ ਛੋਟੀ ਇਕਾਈ ਥੀਮ ਦੀ, ਉਹਨੂੰ ਮੋਟਿਵ ਕਿਹਾ ਉਹਨੇ। ਸਾਹਿਤ ਰਚਨਾ ਵਿੱਚ ਵਾਰ-ਵਾਰ ਵਰਤੇ ਗਏ ਤੱਤ ਨੂੰ ਮੋਟਿਵ ਕਹਿੰਦੇ ਆ। ਕਹਿੰਦਾ ਮੋਟਿਵ ਥੀਮ ਨਾਲ ਜੁੜ ਕੇ ਹੀ ਪ੍ਰਸੰਗਿਕ ਹੁੰਦਾ। ਬਿਰਤਾਂਤ ਕਥਾ ਦੇ ਜਿਸ ਅੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕੇ ਉਹ ਮੋਟਿਵ ਹੁੰਦਾ। ਮਤਲਬ ਜਿਹਨੂੰ ਆਪਾਂ ਵਧਾ ਵੀ ਸਕੀਏ, ਜਿਹਨੂੰ ਆਪਾਂ ਘਟਾ ਵੀ ਸਕੀਏ। ਕਿਹੜੇ ਕਿਹੜੇ ਹੁੰਦੇ ਆ ਦੇਖ ਲਓ। ਖੁੱਲ੍ਹੇ ਮੋਟਿਵ ਜਾਂ ਇਖਤਿਆਰੀ ਮੋਟਿਵ ਹੁੰਦੇ ਆ। 4 ਤਰ੍ਹਾਂ ਦੇ ਮੋਟਿਵ ਵੀ ਦੱਸੇ ਉਹਨੇ। ਹਾਂ,
ਆ ਦੇਖ ਲਓ ਖੁੱਲੇ ਮੋਟਿਵ ਜਾਂ ਇਖਤਿਆਰੀ ਮੋਟਿਵ ਇਹ ਹੁੰਦੇ ਆ ਵੀ ਮਤਲਬ ਜਿਨ੍ਹਾਂ ਨੂੰ ਆਪਾਂ ਵਧਾ ਸਕਦੇ ਹਾਂ ਘਟਾ ਸਕਦੇ ਹਾਂ। ਬੰਦ ਮੋਟਿਵ ਜਿਨ੍ਹਾਂ ਨੂੰ ਵਧਾ ਘਟਾ ਨਹੀਂ ਸਕਦੇ। ਗਤੀਸ਼ੀਲ ਵੀ ਹੁੰਦੇ ਆ, ਗਤੀਹੀਣ ਵੀ ਹੁੰਦੇ ਆ। ਇਹ 4 ਤਰ੍ਹਾਂ ਦੇ ਮੋਟਿਵ ਆ। ਕੁਛ ਨਹੀਂ ਯਾਦ ਰੱਖਣੇ, ਸਿਰਫ ਨਾਮ, ਇਸ ਤੋਂ ਅੱਗੇ ਕੁਛ ਨਹੀਂ ਗਾ। ਇਹ ਮੋਟਿਵ ਇੱਥੇ ਖਤਮ ਹੈ। ਅਸਲ 'ਚ ਮੋਟਿਵ ਇੱਥੇ ਹੀ ਖਤਮ ਹੈ, ਇਸ ਜਗ੍ਹਾ 'ਤੇ ਹੈ। ਤੇ ਆ ਤਾਂ ਤੁਹਾਨੂੰ ਵੈਸੇ ਹੀ ਦੱਸਿਆ ਤੁਹਾਨੂੰ ਮੈਂ, ਹੋਰ ਕੁਛ ਨਹੀਂ ਗਾ। ਇਹ ਵੀ ਕਿਸੇ ਬੁੱਕ ਦੇ ਵਿੱਚ ਮੈਨੂੰ ਮਿਲਿਆ, ਮੈਂ ਕਿਹਾ ਚਲੋ ਇਹ ਵੀ ਤੁਹਾਨੂੰ ਦੱਸ ਦਿੰਦਾ ਵੈਸੇ ਹੀ, ਹੋਰ ਕੁਛ ਨਹੀਂ ਗਾ। ਹਾਂ, ਵਿਗੋਪਨ, ਐਕਸਪੋਜੀਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ, ਵਿਗੋਪਨ ਥੀਮ ਦੀ ਪੇਸ਼ਕਾਰੀ ਦੇ ਨਾਲ ਸੰਬੰਧਿਤ ਹੈ। ਥੀਮ ਦੇ ਨਾਲ ਹੀ ਸੰਬੰਧਿਤ ਆ ਚੀਜ਼ਾਂ। ਥੀਮ ਦੀ ਛੋਟੀ ਤੋਂ ਛੋਟੀ ਇਕਾਈ ਮੋਟਿਵ ਹੈ। ਥੀਮ ਦੀ ਪੇਸ਼ਕਾਰੀ ਜਦੋਂ ਕਰਨੀ ਹੈ ਉਹਦੇ ਨਾਲ ਸੰਬੰਧਿਤ ਹੈਗਾ ਵਿਗੋਪਨ। ਨਾਵਲ ਜਾਂ ਕਹਾਣੀ ਜਦੋਂ ਕੋਈ ਸਾਹਿਤਕਾਰ ਲਿਖਦਾ ਹੈ ਤਾਂ ਉਸ ਨਾਵਲ ਜਾਂ ਕਹਾਣੀ ਦੀ ਆਰੰਭਿਕ ਭੂਮਿਕਾ ਦੇ ਵਿੱਚ ਭੂਮਿਕਾ ਜਦੋਂ ਬੰਨ੍ਹਦਾ ਹੈ ਜਾਂ ਪਾਤਰਾਂ ਬਾਰੇ ਜਾਣਕਾਰੀ ਦਿੰਦਾ ਹੈ, ਉਸ ਨੂੰ ਸਾਡੇ ਰੂਪਵਾਦੀਆਂ ਨੇ ਵਿਗੋਪਨ ਕਿਹਾ ਹੈ। ਉਸ ਨੂੰ ਕਿਹਾ ਗਿਆ ਹੈ ਐਕਸਪੋਜੀਸ਼ਨ। ਪਾਤਰਾਂ ਦੇ ਆਪਸੀ ਸੰਬੰਧਾਂ, ਇੱਕ ਨਾਵਲ ਜਾਂ ਕੋਈ ਕਹਾਣੀ ਆ, ਉਹਦੇ ਪਾਤਰ ਹੁੰਦੇ, ਉਹਨਾਂ ਦੇ ਆਪਸੀ ਸੰਬੰਧ ਅਤੇ ਉਹਨਾਂ ਦੀਆਂ ਪਰਿਸਥਿਤੀਆਂ ਨੂੰ ਦੱਸਣ ਜਾਂ ਖੋਲ੍ਹਣ ਦੀ ਪ੍ਰਕਿਰਿਆ ਨੂੰ ਵਿਗੋਪਨ ਕਿਹਾ ਜਾਂਦਾ ਹੈ। ਤੋਮਾਸ਼ੇਵਸਕੀ ਨੇ 3 ਪ੍ਰਕਾਰ ਦੇ ਵਿਗੋਪਨ ਦੱਸੇ ਆ। ਇੱਕ ਦਾ ਨਾਮ ਉਹਨੇ ਦੱਸਿਆ ਫੌਰੀ ਵਿਗੋਪਨ, ਪਾਤਰਾਂ ਦੇ ਆਪਸੀ ਸੰਬੰਧਾਂ ਨੂੰ ਤੱਟ-ਫੱਟ ਖੋਲ੍ਹਣਾ, ਕਿਉਂਕਿ ਸਾਹਿਤਕਾਰ ਦਾ ਰਚਨਾ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ। ਕਈ ਸਾਹਿਤਕਾਰ, ਕਈ ਰਚਨਾਕਾਰ ਜਦੋਂ ਨਾਵਲ ਜਾਂ ਕਹਾਣੀ ਲਿਖਦੇ ਆ, ਪਾਤਰਾਂ ਦੇ ਆਪਸੀ ਸੰਬੰਧਾਂ ਨੂੰ ਤੱਟ-ਫੱਟ ਮਤਲਬ ਝੱਟ ਹੀ ਖੋਲ੍ਹ ਦਿੰਦੇ ਆ। ਉਹਨੂੰ ਕਿਹਾ ਜਾਂਦਾ ਫੌਰੀ ਵਿਗੋਪਨ। ਫੌਰੀ ਮਤਲਬ ਫੌਰਨ, ਜਲਦ, ਫੌਰਨ, ਜਲਦ। ਵਿਲੰਬਿਤ ਵਿਗੋਪਨ ਸੰਬੰਧਾਂ ਨੂੰ, ਪਾਤਰਾਂ ਦੇ ਆਪਸੀ ਸੰਬੰਧਾਂ ਨੂੰ ਖਿੰਡਵੇਂ ਰੂਪ ਵਿੱਚ, ਹਿੱਸਿਆਂ ਵਿੱਚ ਦੱਸਣਾ, ਅਲੱਗ-ਅਲੱਗ ਰੂਪ ਵਿੱਚ, ਉਸ ਨੂੰ ਕਿਹਾ ਜਾਂਦਾ ਵਿਲੰਬਿਤ। ਸਥਾਨਾਂਤਰਿਤ ਵਿਗੋਪਨ, ਉਹਨੇ ਕਿਹਾ ਇੱਕ ਸੰਬੰਧਾਂ ਦੀ ਕੁਝ ਜਾਣਕਾਰੀ ਆਰੰਭ ਵਿੱਚ ਦੇ ਦੇਣੀ ਤੇ ਕੁਝ ਲੋੜ ਅਨੁਸਾਰ, परिस्थितियां ਦੇ ਅਨੁਸਾਰ ਕਿਤੇ ਹੋਰ ਜਗ੍ਹਾ 'ਤੇ, ਜਿਵੇਂ ਵਿਚਕਾਰ ਜਾਂ ਅੰਤ ਦੇ ਵਿੱਚ। ਇਹਨੂੰ 3 ਤਰ੍ਹਾਂ ਦੇ ਤੋਮਾਸ਼ੇਵਸਕੀ ਨੇ 3 ਤਰ੍ਹਾਂ ਦੇ ਵਿਗੋਪਨ ਦੱਸੇ ਆ। ਵਿਗੋਪਨ ਦੇ ਬਾਰੇ ਉੱਪਰ ਗੱਲਾਂ ਤੁਸੀਂ ਯਾਦ ਰੱਖਣੀਆਂ ਹੈ। ਫਿਰ ਉਹਨਾਂ ਨੇ 5 ਨੰਬਰ 'ਤੇ ਇੱਕ ਦੱਸਿਆ ਫੇਬੁਲਾ ਅਤੇ ਸੁਜੇਤ। 2 ਚੀਜ਼ਾਂ ਉਹਨਾਂ ਨੇ ਕਹੀਆਂ। ਫੇਬੁਲਾ ਕਥਾ ਨੂੰ ਕਿਹਾ ਜਾਂਦਾ ਹੈ, ਸੁਜੇਤ ਕਥਾਨਕ ਨੂੰ ਕਿਹਾ ਜਾਂਦਾ ਹੈ। ਠੀਕ ਹੈ ਬਾਈ। ਗਲਪ ਸਾਹਿਤ ਵਿੱਚ ਗਲਪ ਦਾ ਮਤਲਬ ਹੁੰਦਾ ਨਾਵਲ ਤੇ ਕਹਾਣੀ। ਜ਼ਿਆਦਾਤਰ ਇਹਨਾਂ ਨੇ ਆਪਣੀ ਰਚਨਾ ਨੂੰ ਨਾਵਲ ਤੇ ਕਹਾਣੀ ਨਾਲ ਜੋੜਿਆ। ਨਾਵਲ ਅਤੇ ਕਹਾਣੀ, ਉੱਪਰ ਵੀ ਗਲਪ ਦੀ ਗੱਲ ਹੀ ਕੀਤੀ ਸੀ। ਜਦੋਂ ਆਪਾਂ ਕਹਿੰਦੇ ਹਾਂ ਗਲਪ, ਗਲਪ ਦੇ ਮਾਇਨੇ ਸਿਰਫ ਨਾਵਲ ਤੱਕ ਨਹੀਂ ਸੀਮਿਤ ਰਹਿੰਦੇ। ਗਲਪ ਸਾਹਿਤ ਵਿੱਚ 2 ਸਾਹਿਤ ਪੜ੍ਹਦੇ ਆਪਾਂ। ਗਲਪ ਦੇ ਵਿੱਚ ਇੱਕ ਨਾਵਲ ਤੇ ਇੱਕ ਕਹਾਣੀ। ਉਹਦੇ ਵਿੱਚ ਜਦੋਂ ਅਜਨਬੀਕਰਨ ਬਾਰੇ ਵਿਚਾਰ ਕੀਤੀ ਜਾਂਦੀ ਹੈ, ਅਜਨਬੀਕਰਨ ਜਦੋਂ ਆਪਾਂ ਬਾਬਾ ਸ਼ੇਖ ਫਰੀਦ ਪੜ੍ਹਿਆ ਸੀ, ਉਦੋਂ ਅਜਨਬੀਕਰਨ ਦੀ ਵਰਤੋਂ ਕੀਤੀ ਸੀ ਵੀ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਨੂੰ ਪਾਠਕ ਜਾਂ ਜਿਹੜੇ ਹੁੰਦੇ ਆ ਸੁਣਨ ਵਾਲੇ, ਉਹ ਜਾਣਦੇ ਹੁੰਦੇ ਆ, ਉਸ ਚੀਜ਼ ਬਾਰੇ ਜਾਣਦੇ ਆ, ਪਰ ਉਹ ਚੀਜ਼ ਇਸ ਤਰ੍ਹਾਂ ਪੇਸ਼ ਕਰਨੀ ਉਹਨਾਂ ਦੇ ਸਾਹਮਣੇ ਕਿ ਉਸ ਨੂੰ ਐਵੇਂ ਲੱਗੇ ਪਾਠਕ ਨੂੰ ਵੀ ਆਹ ਗੱਲ ਤਾਂ ਮੈਂ ਪਹਿਲੀ ਵਾਰ ਸੁਣੀ ਹੈ, ਇਸ ਗੱਲ ਤੋਂ ਤਾਂ ਮੈਂ ਅਜਨਬੀ ਹਾਂ, ਇਹ ਤਾਂ ਮੈਂ ਕਦੇ ਸੁਣੀ ਨਹੀਂ। ਇਸ ਨੂੰ ਕਿਹਾ ਜਾਂਦਾ ਹੈ ਅਜਨਬੀਕਰਨ। ਫੇਬੁਲਾ ਕਥਾ, ਇੱਕ ਫੇਬੁਲਾ ਕਥਾ ਤੇ ਇੱਕ ਸੁਜੇਤ ਕਥਾਨਕ। ਗਲਪ ਸਾਹਿਤ ਵਿੱਚ ਜਦੋਂ ਅਜਨਬੀਕਰਨ ਬਾਰੇ ਵਿਚਾਰ ਕੀਤੀ ਜਾਂਦੀ ਹੈ, ਉਦੋਂ ਇਹਨਾਂ ਦੀ ਚਰਚਾ ਕੀਤੀ ਹੈ ਰੂਪਵਾਦੀਆਂ ਨੇ, ਫੇਬੁਲਾ ਤੇ ਸੁਜੇਤ ਦੀ। ਫੇਬੁਲਾ ਦਾ ਮਤਲਬ ਕੀ ਹੁੰਦਾ? ਕਥਾ, ਮਤਲਬ ਘਟਨਾਵਾਂ ਦੀ ਜੋ ਕੱਚੀ ਸਮੱਗਰੀ ਹੁੰਦੀ ਹੈ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਫੇਬੁਲਾ ਜਾਂ ਕਥਾ। ਇੱਕ ਕਿਸਮ ਦੀ ਲਕੀਰੀ ਕਹਾਣੀ ਹੁੰਦੀ ਹੈ। ਕਥਾ ਜਾਂ ਘਟਨਾਵਾਂ ਦਾ ਰੇਖਕੀ ਬਿਰਤਾਂਤ ਆਪਾਂ ਨੂੰ ਕਹਿ ਦਿੰਦੇ ਹਾਂ। ਲਕੀਰੀ ਜਾਂ ਰੇਖਕੀ ਅੱਡ ਅੱਡ ਸ਼ਬਦ 2 ਵਰਤਤੇ ਮੈਂ, ਸਮਾਨਾਰਥੀ ਆ ਦੋਨੇ। ਰੇਖਾ, ਲਕੀਰ ਇੱਕੋ ਹੀ ਸ਼ਬਦ ਦਾ ਮਤਲਬ। ਨਾਵਲ ਜਾਂ ਕਹਾਣੀ ਦੀ ਕਥਾ ਨੂੰ ਆਪਾਂ ਮਤਲਬ ਕੀ ਹੈ, ਰੂਪਵਾਦੀਆਂ ਨੇ ਫੇਬੁਲਾ ਸ਼ਬਦ ਦੇ ਨਾਲ ਪਰਿਭਾਸ਼ਿਤ ਕੀਤਾ। ਸੁਜੇਤ ਕਥਾ ਨੂੰ ਰੌਚਕ ਢੰਗ ਨਾਲ ਅਜਨਬੀਕ੍ਰਿਤ ਕਰਕੇ ਲੇਖਕ ਜਿਸ ਪ੍ਰਬੰਧ ਜਾਂ ਕਥਾਨਕ ਵਿੱਚ ਢਾਲਦਾ ਹੈ, ਇਸ ਨੂੰ ਉਸਨੇ ਕਹਿ ਦਿੱਤਾ ਸੁਜੇਤ, ਜਾਂ ਆਪਾਂ ਜਿਹਨੂੰ ਕਥਾਨਕ ਕਹਿ ਦਿੰਦੇ ਹਾਂ। ਕਥਾ ਜਾਂ ਕਥਾ ਫੇਬੁਲਾ ਦੀ ਪੇਸ਼ਕਾਰੀ ਦੀ ਵਿਧੀ ਜਾਂ ਢੰਗ ਨੂੰ ਸੁਜੇਤ ਆਖਿਆ ਜਾਂਦਾ ਹੈ। ਲਓ ਜੀ, ਇਹ ਜਿਹੜੀ ਲਾਈਨ ਹੈ ਇਹਦੇ ਵਿੱਚ ਫੇਬੁਲਾ ਤੇ ਸੁਜੇਤ ਦੋਨਾਂ ਦੇ ਸੰਬੰਧਾਂ ਦਾ ਜ਼ਿਕਰ ਕੀਤਾ ਹੈ। ਕਥਾ ਤੇ ਕਥਾਨਕ ਦਾ ਸੰਬੰਧ ਇੱਕ ਲਾਈਨ ਦੇ ਵਿੱਚ ਨਿਰਧਾਰਿਤ ਕੀਤਾ ਗਿਆ ਹੈ। ਫੇਬੁਲਾ ਦੀ ਪੇਸ਼ਕਾਰੀ ਦਾ ਵਿਧੀ ਜਾਂ ਢੰਗ, ਉਹਨੂੰ ਕਿਹਾ ਜਾਂਦਾ ਹੈ ਸੁਜੇਤ। ਯਾਦ ਰੱਖਣਾ ਤੁਸੀਂ, ਵੈਰੀ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਰੱਬ ਕਰਿਆ ਹੀ ਆਵੇ। ਕਹਾਣੀ ਜਾਂ ਨਾਵਲ ਵਿੱਚ ਇਸ ਨੂੰ ਆਪਾਂ ਕਥਾਨਕ ਕਹਿ ਦਿੰਦੇ ਹਾਂ ਸੁਜੇਤ ਨੂੰ, ਉਵੇਂ ਹੀ ਫੇਬੁਲਾ ਨੂੰ ਆਪਾਂ ਕਹਾਣੀ ਜਾਂ ਨਾਵਲ ਵਿੱਚ ਕਥਾ ਕਹਿ ਦਿੰਦੇ ਹਾਂ। ਅਜਨਬੀਕਰਨ, ਸ਼ਕਲੋਵਸਕੀ ਸੀ ਜਿਹੜਾ ਸ਼ਕਲ ਤੋਂ ਹੀ ਅਜਨਬੀ ਸੀਗਾ,
ਉਹਨੇ ਕਾਵ ਦਾ ਉਦੇਸ਼ ਕੀ ਲਿਖਿਆ? ਮਨੁੱਖ ਦੇ ਪ੍ਰਤੱਖਣ ਦੀਆਂ ਸਾਰੀਆਂ ਸਧਾਰਨ ਵਿਧੀਆਂ ਨੂੰ ਭੰਗ ਕਰਨਾ ਹੈ। ਪ੍ਰੀਸੈਪਸ਼ਨ, ਪ੍ਰਤੱਖ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੀਸੈਪਸ਼ਨ, ਤੁਹਾਨੂੰ ਦੱਸਦੇ ਨਹੀਂ ਉਹੀ ਗੱਲ ਵੀ ਕੋਈ ਚੀਜ਼ਾਂ ਜਿਹੜੀਆਂ ਹੁੰਦੀਆਂ ਬੰਦੇ ਨੇ ਪ੍ਰਤੱਖ ਦੇਖੀਆਂ ਹੁੰਦੀਆਂ, ਉਹਨੂੰ ਇਹ ਪ੍ਰਤੱਖ ਕਰ ਦੇਣਾ, ਉਸੇ ਨੂੰ ਤਾਂ ਕਿਹਾ ਜਾਂਦਾ ਸਧਾਰਨ ਵਿਧੀ ਨੂੰ ਭੰਗ ਕਰਨਾ। ਸਧਾਰਨ ਸ਼ਬਦਾਂ ਦੇ ਵਿੱਚ ਮੰਨ ਲਓ ਕਿਸੇ ਨੇ ਕੋਈ ਚੀਜ਼ ਦੇਖੀ ਹੋਈ ਹੈ, ਜਿਵੇਂ ਮੰਨ ਲਓ ਤੁਸੀਂ ਮੋਬਾਈਲ ਹੀ ਦੇਖਿਆ, ਮੋਬਾਈਲ ਸਾਰਿਆਂ ਦੇ ਕੋਲ ਹੀ ਦੇਖਿਆ ਹੋਵੇ, ਕੋਈ ਦਿੱਕਤ ਨਹੀਂ ਹੈ ਨਾ, ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਖੋਲ੍ਹ ਕੇ ਦੇਖਿਆ ਹੁੰਦਾ ਆਪਾਂ, ਤਾਂ ਉਹਦੇ ਵਿੱਚ ਕੀ ਆ, ਮੰਨ ਲਓ ਕੋਈ ਕਵਿਤਾ ਹੀ ਐਵੇਂ ਦੀ ਲਿਖੀ ਜਾਵੇ ਅਜਨਬੀਕਰਨ ਕਰਕੇ, ਵੀ ਤੁਹਾਨੂੰ ਪਤਾ ਵੀ ਲੱਗੇ ਵੀ ਇਹ ਕਵਿਤਾ ਜਿਹੜੀ ਹੈ ਮੋਬਾਈਲ 'ਤੇ ਲਿਖੀ ਗਈ ਹੈ, ਪਰ ਇਸ ਢੰਗ ਨਾਲ ਲਿਖੀ ਜਾਵੇ ਵੀ ਤੁਸੀਂ ਉਸ ਚੀਜ਼ ਤੋਂ ਅਜਨਬੀਕਰਨ ਹੋ ਜਾਓ। ਮੋਬਾਈਲ ਸ਼ਬਦ ਦੇ ਮਾਇਨੇ ਤੁਹਾਨੂੰ ਪਹਿਲੀ ਵਾਰ ਦੁਬਾਰੇ ਸਮਝ ਦੇ ਵਿੱਚ ਆਉਣ, ਉਸ ਨੂੰ ਕਿਹਾ ਜਾਂਦਾ ਹੈ ਅਜਨਬੀਕਰਨ। ਪ੍ਰਤੱਖਣ ਦੀਆਂ ਸਾਰੀਆਂ ਸਧਾਰਨ ਵਿਧੀਆਂ ਨੂੰ ਭੰਗ ਕਰਨਾ ਹੈ। ਸ਼ਕਲੋਵਸਕੀ ਨੇ ਇਹ ਗੱਲ ਕਹੀ ਹੈ। ਕਾਵ ਦਾ ਉਦੇਸ਼ ਆ, ਉਹ ਕਹਿੰਦਾ ਵੀ ਮਨੁੱਖ ਦੇ ਪ੍ਰਤੱਖਣ ਦੀਆਂ ਸਾਰੀਆਂ ਸਧਾਰਨ ਵਿਧੀਆਂ ਨੂੰ ਭੰਗ ਕਰਨਾ ਹੈ। ਰੂਪਵਾਦੀਆਂ ਨੇ ਪਾਠਕ ਦੀ ਪ੍ਰਤੱਖਣ ਕਿਰਿਆ ਨੂੰ ਲੰਬਾ ਕਰਨ ਉੱਤੇ ਵਧੇਰੇ ਜ਼ੋਰ ਦਿੱਤਾ ਹੈ। ਉਹ ਕਹਿੰਦੇ ਵੀ ਉਹ ਜਿਹੜੀ ਮਤਲਬ ਕੀ ਹੈ, ਜਿਹੜਾ ਅੰਦਰ ਵਿਸ਼ਾ, ਜਿਹੜੇ ਵਿਸ਼ੇ ਨੂੰ ਲੈ ਕੇ ਇੱਕ ਕਵਿਤਾ ਲਿਖੀ ਜਾ ਰਹੀ ਹੈ, ਕਹਾਣੀ ਲਿਖੀ ਜਾ ਰਹੀ ਹੈ, ਕੋਈ ਨਾਵਲ ਨਾਟਕ ਲਿਖਿਆ ਜਾ ਰਿਹਾ, ਜ਼ਿਆਦਾਤਰ ਉਹਨਾਂ ਨੇ ਕਹਾਣੀ ਤੇ ਨਾਵਲ ਦੀ ਗੱਲ ਹੀ ਕੀਤੀ ਹੈ, ਧਿਆਨ ਦੇ ਵਿੱਚ ਰੱਖਣੀ ਹੈ ਤੁਸੀਂ ਇਹ ਗੱਲ। ਉਹ ਕਹਿੰਦਾ ਵੀ ਉਹ ਵਿਸ਼ਾ ਜਿਹੜਾ ਉਹਦੇ ਵਿੱਚ, ਉਹ ਵਿਸ਼ੇ ਤੋਂ ਵੱਧ ਅਜਨਬੀ ਰੱਖਣਾ ਹੈ ਪਾਠਕ ਨੂੰ, ਜ਼ਿਆਦਾ ਲੰਮੇ ਸਮੇਂ ਤੱਕ। ਅਜਨਬੀਕਰਨ ਦਾ ਸਿਧਾਂਤ ਹੈ ਜਿਹੜਾ, ਉਹ ਸ਼ੈਲੀ ਵਿਗਿਆਨ ਦੇ ਉਲੰਘਣ ਦੇ ਨਾਲ ਮਿਲਦਾ ਹੈ। ਇਹ ਮੈਂ ਵੈਸੇ ਹੀ ਦੱਸੀ ਤੁਹਾਨੂੰ ਗੱਲ ਵੀ ਅਜਨਬੀਕਰਨ ਦਾ ਜਿਹੜਾ ਸਿਧਾਂਤ ਦਿੱਤਾ ਹੈ ਇਹਨਾਂ ਨੇ, ਉਹ ਵਰਤਮਾਨ ਦੇ ਵਿੱਚ ਆਪਾਂ ਇੱਕ ਸ਼ੈਲੀ ਵਿਗਿਆਨ ਦਾ ਉਲੰਘਣ ਸਿਧਾਂਤ ਪੜ੍ਹਦੇ ਹਾਂ, ਉਹਦੇ ਨਾਲ ਮਿਲਦਾ ਜੁਲਦਾ ਹੈ। ਹੁਣ ਉਹਨਾਂ ਨੇ ਇਹ ਵੀ ਦੱਸਿਆ ਵੀ ਸਾਹਿਤਕ ਭਾਸ਼ਾ ਜਾਂ ਕਾਵਿ ਭਾਸ਼ਾ ਕਿਵੇਂ ਦੀ ਹੋਣੀ ਚਾਹੀਦੀ ਹੈ। ਉਹਨਾਂ ਨੇ ਕੀ ਕੀਤਾ, ਰੂਪਵਾਦੀਆਂ ਨੇ ਸਾਹਿਤਕ ਭਾਸ਼ਾ ਤੇ ਆਮ ਜੀਵਨ ਦੀ ਭਾਸ਼ਾ ਦੇ ਵਿੱਚ ਨਿਖੇੜਾ ਸਭ ਤੋਂ ਪਹਿਲਾਂ ਪੇਸ਼ ਕੀਤਾ ਹੈ। ਉਹ ਕਹਿੰਦੇ ਵੀ ਸਾਹਿਤਕ ਭਾਸ਼ਾ ਤੇ ਆਮ ਆਪਾਂ ਜਿਹੜੀ ਘਰ ਦੇ ਵਿੱਚ ਆਪਾਂ ਸਧਾਰਨ ਗੱਲਬਾਤ ਕਰਦੇ ਹੋਏ ਜਿਹੜੀ ਭਾਸ਼ਾ ਵਰਤਦੇ ਹਾਂ, ਉਹ ਦੋਵੇਂ ਅਲੱਗ-ਅਲੱਗ ਆ। ਉਹ ਕਹਿੰਦੇ ਉਹਦੇ ਵਿੱਚ ਨਿਖੇੜਾ ਸਥਾਪਿਤ ਕੀਤਾ ਹੈ। ਬੋਲਚਾਲੀ ਭਾਸ਼ਾ ਦੇ ਵਿੱਚ ਨਵੀਨਤਾ ਦੁਹਰਾਵ ਹੁੰਦੀ ਹੈ, ਉਹਦੇ ਵਿੱਚ ਕੋਈ ਨਵੀਨਤਾ ਨਹੀਂ ਹੁੰਦੀ। ਉਹ ਕਹਿੰਦੇ ਜਿਹੜੀ ਆਪਾਂ ਰੋਜ਼ਾਨਾ ਜੀਵਨ ਦੇ ਵਿੱਚ, ਆਮ ਜੀਵਨ ਦੇ ਵਿੱਚ ਜਿਹੜੀ ਭਾਸ਼ਾ ਆਪਾਂ ਇਸਤੇਮਾਲ ਕਰਦੇ ਹਾਂ, ਉਹ ਕਹਿੰਦੇ ਵੀ ਉਹਦੇ ਵਿੱਚ ਨਵੇਂ ਸ਼ਬਦਾਂ ਦੀ ਕੋਈ ਮਤਲਬ ਨਵਾਂ ਸ਼ਬਦ ਜਿਹੜਾ ਨਹੀਂ ਜੁੜਦਾ ਕੋਈ ਵੀ। ਉਹ ਕਹਿੰਦੇ ਦੁਹਰਾਓ ਦੇ ਕਾਰਨ ਉਹਦੀ ਨਵੀਨਤਾ ਖਤਮ ਹੋ ਜਾਂਦੀ ਹੈ, ਖਾਸ ਕਰਕੇ ਨਵੇਂ ਸ਼ਬਦ ਦਾ ਨਹੀਂ, ਦੁਹਰਾਓ, ਰਿਪੀਟ ਕਰਦੇ ਆਪਾਂ ਵਾਰੀ ਸਾਰੇ ਦਿਨ ਦੇ ਵਿੱਚ ਗੱਲਾਂ, ਰੋਟੀ ਖਾ ਲਈ, ਪਾਣੀ ਪੀ ਲਿਆ, ਚਾਹ ਪੀ ਲਈ, ਵਾਰੀ ਰਿਪੀਟ ਹੋ ਰਹੀਆਂ। ਉਹ ਕਹਿੰਦੇ ਇਹਦੇ ਵਿੱਚ ਨਵੀਨਤਾ ਨਹੀਂ ਹੁੰਦੀ। ਪਰ ਸਾਹਿਤਕ ਭਾਸ਼ਾ ਦੇ ਵਿੱਚ ਉਦੇਸ਼ ਤੇ ਸੰਚਾਰ ਦੋਨੋਂ ਹੁੰਦੇ ਆ। ਬੋਲਚਾਲੀ ਭਾਸ਼ਾ ਵਿੱਚ ਪ੍ਰਮੁੱਖਤਾ ਤਾਂ ਹੁੰਦੀ ਹੈ ਸੰਦੇਸ਼ ਨੂੰ, ਜਦੋਂ ਆਪਾਂ ਇੱਕ ਦੂਜੇ ਨਾਲ ਬੋਲਦੇ ਆ ਆਪਣਾ ਮੇਨ ਹੁੰਦਾ ਸੰਦੇਸ਼, ਪਰ ਸਾਹਿਤਕ ਭਾਸ਼ਾ ਵਿੱਚ ਸੁਹਜ ਜਾਂ ਭਾਵ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਉਦੇਸ਼ ਨੂੰ ਪ੍ਰਮੁੱਖਤਾ ਨਹੀਂ ਹੁੰਦੀ, ਸੁਹਜ ਜਾਂ ਭਾਵ ਨੂੰ। ਬੋਲਚਾਲੀ ਭਾਸ਼ਾ ਵਿੱਚ ਤਾਂ ਆਪਣਾ ਕੀ ਹੁੰਦਾ, ਆਪਣਾ ਸੰਦੇਸ਼ ਨੂੰ, ਉਦੇਸ਼ ਨੂੰ ਨਹੀਂ, ਸੰਦੇਸ਼ ਨੂੰ ਪ੍ਰਮੁੱਖਤਾ ਦਿੰਦੇ ਆ। ਆਪਣਾ ਮੇਨ ਹੁੰਦਾ ਵੀ ਆਪਣਾ ਮੈਸੇਜ ਜਾਣਾ ਚਾਹੀਦਾ ਦੂਸਰੇ ਤੱਕ। ਹਾਂ ਵੀ ਕੀ ਕਰਦਾ, ਆਪਾਂ ਉਹਨੂੰ ਸੰਦੇਸ਼ ਦੇ ਰਹੇ ਹਾਂ, ਬਸ ਉਹ ਅੱਗੋਂ ਆਪਾਂ ਨੂੰ ਸੰਦੇਸ਼ ਦੇਊਗਾ, ਬਾਈ ਮੈਂ ਕੁਛ ਨਹੀਂ ਕਰਦਾ, ਮੈਂ ਵਿਹਲਾ, ਇਹ ਸੰਦੇਸ਼ ਆ ਬਸ। ਪਰ ਸਾਹਿਤਕ ਭਾਸ਼ਾ ਵਿੱਚ ਸੁਹਜ ਭਾਵ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਸਾਹਿਤਕ ਭਾਸ਼ਾ ਦਾ ਉਦੇਸ਼ ਕੀ ਆ, ਉਹ ਕਹਿੰਦੇ ਸੁਹਜਾਤਮਕ ਸੰਚਾਰ, ਭਾਵਾਂ ਦਾ ਸੰਚਾਰ ਕਰਨਾ ਹੁੰਦਾ ਹੈ। ਅੱਗੇ ਉਹਨਾਂ ਨੇ ਬਿਰਤਾਂਤਕਾਰ ਦੀ ਵਰਗ ਵੰਡ ਵੀ ਕੀਤੀ ਹੈ। ਬਿਰਤਾਂਤਕਾਰ ਜਿਹੜਾ ਹੈਗਾ, ਬਿਰਤਾਂਤ ਦੱਸਣ ਵਾਲਾ, ਜਿਹੜਾ ਰਚਨਾ ਕਰਨ ਵਾਲਾ, ਉਹ ਕਹਿੰਦੇ ਬਿਰਤਾਂਤਕਾਰ ਪਹਿਲਾਂ ਹੈ ਕੌਣ ਆ, ਥੀਮ ਦੀ ਪੇਸ਼ਕਾਰੀ ਕਰਨ ਵਾਲੇ ਨੂੰ ਉਹਨਾਂ ਨੇ ਬਿਰਤਾਂਤਕਾਰ ਕਿਹਾ ਹੈ। ਬਿਰਤਾਂਤਕਾਰ ਨੂੰ ਦੋ ਵਰਗਾਂ ਵਿੱਚ ਵੰਡਿਆ ਉਹਨਾਂ ਨੇ, ਇੱਕ ਸਰਬ ਗਿਆਨੀ ਤੇ ਇੱਕ ਸੀਮਤ ਗਿਆਨੀ। ਇੱਕ ਸਰਬ ਗਿਆਨੀ, ਇੱਕ ਸੀਮਤ ਗਿਆਨੀ। ਸਰਬ ਗਿਆਨੀ ਸਾਰਾ ਕੁਝ ਜਾਣਨ ਵਾਲਾ, ਸੀਮਤ ਗਿਆਨੀ ਜੋ ਹੁੰਦਾ ਹੈ, ਜੋ ਮਤਲਬ ਕੀ ਹੈ ਵੀ ਜਿਸ ਨੂੰ ਸੀਮਤ ਗਿਆਨ ਹੋਵੇ। ਅਸੀਮਤ ਗਿਆਨ ਵਾਲੇ ਨੂੰ ਉਹਨਾਂ ਨੇ ਸਰਬ ਗਿਆਨੀ ਕਹਿਤਾ ਤੇ ਸੀਮਤ ਗਿਆਨ ਵਾਲੇ ਨੂੰ ਉਹਨਾਂ ਨੇ ਸੀਮਤ ਗਿਆਨੀ ਕਹਿਤਾ। ਲਓ ਜੀ, ਇਹ ਤੁਹਾਡਾ ਸੀਗਾ ਰੂਸੀ ਰੂਪਵਾਦ। ਲਹਿਰ ਹੈ ਜਿਹੜੀ ਇਹ ਖਤਮ ਹੋ ਜਾਂਦੀ ਹੈ, ਤੁਹਾਨੂੰ ਦੱਸ ਹੀ ਦਿੱਤਾ ਸੀਗਾ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸੀ ਸੀ ਵੀ ਇਹ ਜਿਹੜੀ ਲਹਿਰ ਹੈ ਇਹ ਖਤਮ ਕਿਵੇਂ ਹੁੰਦੀ ਹੈ, ਜਦੋਂ ਮਾਰਕਸਵਾਦੀ ਚਿੰਤਕ ਟਰਾਟਸਕੀ ਆਪਣੀ ਪੁਸਤਕ ਸਾਹਿਤ ਅਤੇ ਕ੍ਰਾਂਤੀ ਵਿੱਚ ਇਸ ਰੂਪਵਾਦ ਨੂੰ ਜਦੋਂ ਸ਼ੁੱਧ ਸਾਹਿਤ ਕਹਿ ਦਿੰਦਾ, ਤਾਂ ਉਦੋਂ ਲੋਕ ਹੈ ਜਿਹੜਾ ਇਸ ਦਾ ਤਿਆਗ ਕਰ ਦਿੰਦੇ ਹੈ। ਲੋਕ ਤਾਂ ਕੀ ਤਿਆਗ ਕਰਦੇ ਆ, ਉਹਨਾਂ ਨੂੰ ਮੌਕਾ ਮਿਲ ਜਾਂਦਾ ਵਿਰੋਧੀਆਂ ਨੂੰ ਬਸ ਇਹਦੇ ਵਿਰੁੱਧ ਖੜੇ ਹੋਣ ਦਾ, ਬਸ ਫਿਰ। ਲਓ ਜੀ, ਰੂਸੀ ਰੂਪਵਾਦ ਦੀਆਂ ਗੱਲਾਂ ਜਿਹੜੀਆਂ ਥੱਲੇ ਜਿਹੜੇ ਮੈਂ ਤੁਹਾਨੂੰ ਦੱਸਦੇ ਨਾ, ਪ੍ਰਸ਼ਨ ਇਹਦੇ ਵਿੱਚੋਂ ਹੋਣਾ, ਰੱਟ ਲਿਓ ਬਸ ਇਹਨਾਂ ਚੀਜ਼ਾਂ ਨੂੰ, ਰਟਿਓ ਵੀ ਵਧੀਆ, ਐਵੇਂ ਨਹੀਂ ਵੀ ਰੱਟਾ ਚਾੜ ਲਿਆ ਸ਼ਬਦਾਂ ਦੇ ਉੱਤੇ, ਸ਼ਬਦ ਅੱਡ ਹੋ ਜਾਂਦੇ ਆ। ਸ਼ਬਦ ਕੋਈ ਹੋਰ ਵੀ ਇਸਤੇਮਾਲ ਕੀਤਾ ਜਾ ਸਕਦਾ, ਰਟਣਾ ਵੀ ਹੈ, ਪਰ ਕੁਝ ਮਤਲਬ ਸਿਧਾਂਤ, ਕੋਈ ਸੰਕਲਪ ਮਾਈਂਡ ਦੇ ਵਿੱਚ ਪੇਸ਼ ਕਰਕੇ ਵੀ ਤਾਂ ਕੋਈ ਆਪਣੇ ਮਨ ਦੇ ਵਿੱਚ ਚੀਜ਼ਾਂ ਨੂੰ ਬਿਠਾ ਕੇ, ਕੋਈ ਰੂਪ ਰੇਖਾ ਬਣਾ ਕੇ, ਕੋਈ ਪੂਰੇ ਮਤਲਬ ਜਿਹੜੇ ਕੰਸੈਪਟ ਆ ਉਹ ਵੀ ਤਾਂ ਕਲੀਅਰ ਕਰਕੇ ਗੱਲ ਜਿਹੜੀ, ਫੇਰ ਹੀ ਰੱਟਾ ਲੱਗਦਾ, ਐਵੇਂ ਨਹੀਂ ਲੱਗਦਾ। ਲਓ ਜੀ,
ਇਹ ਗੱਲ ਤੁਹਾਡੀ ਕਲੀਅਰ ਹੈ। ਅੱਗੇ ਕੁਝ ਹੈ ਨਾ ਹੋਰ ਟੌਪਿਕ ਪਏ ਆ ਆਪਣੇ ਵੈਸੇ, ਅਤੇ ਹੋ ਜਾਣਗੇ ਕਲੀਅਰ ਜਲਦੀ। ਆਪਾਂ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ। ਰੱਬ ਰਾਖਾ।